ਜਾਈਏ ਕੁਰਬਾਨ ਵਾਹਿਗੁਰੂ ਤੇਰੇ ਸਾਧੂਆਂ ਤੋਂ, ਜਾਈਏ ਕੁਰਬਾਨ ਵਾਹਿਗੁਰੂ ਤੇਰੇ ਸਾਧੂਆਂ ਤੋਂ, ਜਾਈਏ ਕੁਰਬਾਨ ਵਾਹਿਗੁਰੂ ਤੇਰੇ ਸਾਧੂਆਂ, ਜਾਈਏ ਕੁਰਬਾਨ ਵਾਹਿਗੁਰੂ ਤੇਰੇ ਸਾਧੂਆਂ। ਤੇਰੇ ਸਾਧੂਆਂ ਤੋਂ ਵਾਹਿਗੁਰੂ ਤੇਰੇ ਸਾਧੂਆਂ ਤੋਂ, ਤੇਰੇ ਸਾਧੂਆਂ ਤੋਂ, ਤੇਰੇ ਸਾਧੂਆਂ, ਤੇਰੇ ਸਾਧੂਆਂ, ਤੇਰੇ ਸਾਧੂਆਂ, ਤੇਰੇ ਸਾਧੂਆਂ ਤੋਂ ਵਾਹਿਗੁਰੂ ਤੇਰੇ ਸਾਧੂਆਂ ਤੋਂ। ਜਾਈਏ ਕੁਰਬਾਨ ਵਾਹਿਗੁਰੂ ਤੇਰੇ ਸਾਧੂਆਂ, ਜਾਈਏ ਕੁਰਬਾਨ ਵਾਹਿਗੁਰੂ ਤੇਰੇ ਸਾਧੂਆਂ, ਜਾਈਏ ਕੁਰਬਾਨ ਵਾਹਿਗੁਰੂ ਤੇਰੇ ਸਾਧੂਆਂ ਤੋਂ, ਜਾਈਏ ਕੁਰਬਾਨ ਵਾਹਿਗੁਰੂ ਤੇਰੇ ਸਾਧੂਆਂ ਤੋਂ। ਮਾਇਆ ਪਾਇਆ ਪਿਆਰੇ ਨੀਤੜਾ ਨਾਲ ਰਵਾਈ, ਪਾਵੈ ਚੂੜਾ ਪਿਆਰੇ ਕਿਉਂ ਤਨ ਸੇ ਜੈ ਜਾਈ। ਹਉ ਕੁਰਬਾਨ ਜਾਉ ਮਿਹਰਬਾਨਾ, ਹਉ ਕੁਰਬਾਨ ਹਉ ਕੁਰਬਾਨ ਜਾਉ ਬਿਨਾ ਕਹਿ ਰਹਿਣ ਜੋ ਤੇਰਾ ਨਾਮ, ਜੋ ਤੇਰਾ ਨਾਮ ਤੇਰਾ ਕਹਿਉ ਸਤ ਕੁਰਬਾਨ ਜਾਉ, ਲੈ ਜੋ ਤੇਰਾ ਨਾਮ ਤੇਰਾ ਕਹਿਉ ਸਤ ਕੁਰਬਾਨ ਜਾਉ। ਪਾਇਆ ਰੰਗਨ ਜੀਤਿਐ ਪਿਆਰੀ ਪਾਈਐ ਨਾਮ ਜੀਤ, ਰੰਗਨ ਵਾਲਾ ਜੀਵ ਕੈ ਸਾਹਿਬ ਐਸਾ ਰੰਗ ਨਬੀਤ। ਕੇ ਚੋਲੇ ਰਤੜੇ ਪਿਆਰੇ ਸੰਤ ਤਿਨਾ ਕੈ ਪਾਸ, ਭੂਤ ਤਿਨਾ ਕੀ ਜੀ ਮਿਲੈ ਕਹ ਨਾਨਕ
की अरदास। जे मिल जाए तो मस्तक लाइए तूड़ी तेरे प्यारियां दी। मिल जाए तो मस्तक लाइए तूड़ी तेरे प्यारियां दी। जेता मस्तक लाइए तूड़ी तेरे प्यारियां दी। जेता मस्तक लाइए तूड़ी तेरे प्यारियां दी। हम संतन की रेण प्यारे, हम संतन की शरणा। हमारी उचित ताड़ी संत हमारा कहना। हम संतन स्यो बलियाई दूर विद्या पाई। देव मन तेरा पाई। संतन स्यो लेवा देवी संतन स्यो व्यवहारा। संतन स्यो हमला हर ताकत परे भंडारा। संतन मोको पूंजी स्वामी उतरिया मन का दूठा। आपका करे जो बाटो सगलो लेखा। महा आनंद पै शुभ पाया सदन के बरसाते। कहो नानक हर्ष शिव मन माया रंग ते विस्माते। जिनके चोले रतड़े प्यारे संत तना के पास। जे मिलई कहो नानक की अरदास। आपे साजे आपे रंगे आपे नगर करे। नानक पावन संत पावै आपे ही रावे। गुरु प्यारे साध संगत जीओ, आओ सब माई भाई खंडा ब्रह्मंडा दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਪਾਵਨ ਅਸਥਾਨ ਤੇ ਸੰਤ ਮਹਾਰਾਜ ਜੀ ਉਹ ਪਿਆਰੇ ਮਹਾਂਪੁਰਖਾਂ ਦੇ ਜੀਵਨ ਸਾਥੀ ਸਤਿਕਾਰਯੋਗ ਬੀਜੀ, ਜਿਨ੍ਹਾਂ ਦਾ ਪਵਿੱਤਰ ਜਨਮ ਦਿਹਾੜਾ ਪਿਆਰ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਜਿਨ੍ਹਾਂ ਦਾ ਸਾਰਾ ਜੀਵਨ ਸਤਿਕਾਰਯੋਗ ਪਿਆਰੇ ਮਹਾਂਪੁਰਸ਼ ਅਤੇ ਸਤਿਕਾਰਯੋਗ ਬੀਜੀ, ਜਿਨ੍ਹਾਂ ਦਾ ਸਾਰਾ ਜੀਵਨ ਪਰਉਪਕਾਰ ਦੇ ਲੇਖੇ ਲੱਗਾ। ਜਿੱਥੇ ਆਪ ਸ਼ਬਦ ਗੁਰੂ ਨਾਲ ਜੁੜੇ, ਉੱਥੇ ਅਨੇਕ ਜੀਵਾਂ ਨੂੰ, ਵਿਛੜੀਆਂ ਰੂਹਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ। ਅੱਜ ਅੰਮ੍ਰਿਤ ਵੇਲੇ ਤੋਂ ਸਿਮਰਨ, ਨਿਤਨੇਮ, ਆਸਾ ਦੀ ਵਾਰ ਉਪਰੰਤ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਔਰ ਉਸ ਤੋਂ ਬਾਅਦ ਫਿਰ 11 ਵਜੇ ਤੋਂ ਜਿੱਥੇ ਹੋਰ ਕਈ ਜਥਿਆਂ ਨੇ ਹਾਜ਼ਰੀ ਲਵਾਈ ਹੈ, ਉਹਨਾਂ ਜਥਿਆਂ ਤੋਂ ਬਾਅਦ
ਭਾਈ ਜਸਵਿੰਦਰ ਸਿੰਘ ਕੋਲਾ ਜੀ, ਜੋ ਕਿ ਸਤਿਕਾਰਯੋਗ ਬੀਜੀ ਦੀ ਸੇਵਾ ਵਿੱਚ 12 ਸਾਲ ਰਹੇ। ਸੰਨ 82 ਦੇ ਅੰਦਰ ਭਾਈ ਕੁਲਵੀਰ ਸਿੰਘ ਜੀ ਆਏ। ਪਿੰਡਾਂ ਦੇ ਵਿੱਚ ਰਹਿਣਾ ਔਰ ਸੇਵਾ ਢੋਲਕੀ ਦੀ, ਹੋਰ ਨਾਲ ਲਾਈਟਾਂ ਸਾਉਣ ਦੀ ਕਰਨੀ। ਭਾਈ ਹਰਦੀਪ ਸਿੰਘ ਜੀ ਦੇ ਪਿਤਾ ਸਰਦਾਰ ਰਾਮ ਸਿੰਘ ਜੀ ਗੱਡੀ ਦੀ ਸੇਵਾ ਕਰਿਆ ਕਰਦੇ। ਫਿਰ ਭਾਈ ਹਰਦੀਪ ਸਿੰਘ ਜੀ ਮਹਾਂਪੁਰਸ਼ਾਂ ਦੀ ਗੱਡੀ ਦੀ ਸੇਵਾ ਕਰਦੇ। ਇਸ ਸਥਾਨ ਦੀ ਸੇਵਾ ਆਰੰਭ ਹੋਈ। ਭਾਈ ਗੁਰਦੀਪ ਸਿੰਘ ਜੀ ਮੋਟੇ ਮਾਜਰੇ ਤੋਂ 4-5 ਸਿੰਘ ਆਏ, ਜਿਨ੍ਹਾਂ ਦੇ ਵਿੱਚ ਇਹ ਵੀ ਸਨ। ਔਰ ਭਾਈ ਕੁਲਵੀਰ ਸਿੰਘ ਤੇ ਭਾਈ ਗੁਰਦੀਪ ਸਿੰਘ ਜੀ ਦੀ ਡਿਊਟੀ ਕੋਠੀ ਲੱਗ ਗਈ। ਢੋਲਕੀ ਮਹਾਂਪੁਰਸ਼ਾਂ ਦੀ ਗੱਡੀ ਦੀ ਡਰਾਈਵਰੀ, ਫਿਲਮਾਂ ਬਣਾਉਣੀਆਂ, ਇਹ ਸੇਵਾ ਸੰਭਾਲ ਜਿਹੜੀ ਸੀ ਇਹਨਾਂ ਦੇ ਹਿੱਸੇ ਆਈ। ਜਿਸ ਵੇਲੇ ਪਿਆਰੇ ਮਹਾਂਪੁਰਸ਼ਾਂ ਨੇ ਪੰਜਭੂਤ ਸਰੀਰ ਦਾ ਤਿਆਗ ਕੀਤਾ, ਉਸ ਤੋਂ ਉਪਰੰਤ ਕੋਠੀ ਦੀ ਸੇਵਾ, ਸਤਿਕਾਰਯੋਗ ਬੀਜ ਦੀ ਸੇਵਾ, ਜਿੱਥੇ ਹੋਰ ਬੀਬੀਆਂ ਨੇ ਵੀ ਕੀਤੀ। ਆਪ ਜੀ ਭਾਈ ਜਸਵਿੰਦਰ ਸਿੰਘ ਜੀ ਪਾਸੋਂ ਸਰਵਣ ਕਰ ਚੁੱਕੇ ਹੋ। ਉੱਥੇ ਮੇਨ ਡਿਊਟੀ ਭਾਈ ਜਸਵਿੰਦਰ ਸਿੰਘ ਜੀ ਕੋਲਾ ਜੀ ਉਹਨਾਂ ਦੀ ਲਾਈ ਗਈ। ਸੋ ਉਹਨਾਂ ਨੇ ਰੱਬੀ ਬਾਣੀ ਦੇ ਕੀਰਤਨ, ਗੁਰਮਤਿ ਵਿਚਾਰਾਂ, ਮਾਤਾ ਜੀ ਦੇ ਪਿਆਰ ਦੇ ਬਚਨ ਆਪ ਜੀ ਨੂੰ ਸਰਵਣ ਕਰਾਏ ਹਨ। ਉਹਨਾਂ ਤੋਂ ਉਪਰੰਤ ਹੁਣੇ ਸੰਤ ਬਾਬਾ ਹਰਪਾਲ ਸਿੰਘ ਜੀ, ਕਿਉਂਕਿ ਜਿਹੜਾ ਪਰਿਵਾਰ ਹੈ, ਵੈਸੇ ਤਾਂ ਸਾਰਾ ਪੰਥ ਖਾਲਸਾ ਹੀ ਇੱਕ ਪਰਿਵਾਰ ਹੈ। ਸਭ ਦੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਤਾ ਸਾਹਿਬ ਕੌਰ ਜੀ ਹਨ। ਹਰ ਅੰਮ੍ਰਿਤਧਾਰੀ ਮਾਈ ਭਾਈ, ਇਹ ਸਾਰਾ ਹੀ ਪਰਿਵਾਰ ਦਸਮ ਪਾਤਸ਼ਾਹ ਦਾ, ਸਤਿਗੁਰੂ ਦਾ ਹੈ। ਸੋ ਇਹ ਸੰਸਥਾ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਇਹਦੇ ਵਿੱਚ ਕਿੰਨੇ ਸਿੰਘ ਹਨ ਇਸ ਸਥਾਨ ਤੇ, ਸ਼੍ਰੀਮਾਨ ਬਾਬਾ ਕਰਨੈਲ ਸਿੰਘ ਜੀ, ਹੋਰ ਕਿੰਨੇ ਸਿੰਘ ਹੈ ਜਿਨ੍ਹਾਂ ਨੇ ਘਰ-ਬਾਰ ਦਾ ਤਿਆਗ ਕਰਕੇ ਆਪਣਾ ਜੀਵਨ ਸਾਰਾ ਇੱਥੇ ਲਾਇਆ ਹੈ। ਜੇ ਮੈਂ ਕਹਿ ਦਿਆਂ ਕਿ ਸਾਰੇ ਸਿੰਘ ਜਿਹੜੇ ਇੱਥੇ ਰਹਿਣ ਵਾਲੇ ਹਨ, ਨਾਂ ਲੈਣ ਲੱਗਿਆਂ ਤਾਂ ਬੜਾ ਸਮਾਂ ਲੱਗਦਾ ਹੈ। ਸੋ ਸਾਰਿਆਂ ਦੇ ਉੱਤੇ ਉਸ ਮਾਲਕ ਦੀ ਕਿਰਪਾ ਹੈ। ਇਹ ਪੂਰਬਲੇ ਸੰਯੋਗ ਹੁੰਦੇ ਹੈ, ਇੱਕ ਦੋ ਇੱਕ ਚੜ੍ਹਦੀਆਂ ਅੱਡ ਅੱਡ ਡਿਊਟੀਆਂ ਲੱਗੀਆਂ ਹੋਈਆਂ ਹਨ। ਸੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੱਕ ਅਰਦਾਸ ਹੈ, ਜਿਵੇਂ ਤਾਰਨਾ ਪੜ੍ਹੀ ਜਾਂਦੀ ਹੈ, ਨਿਭਜੇ ਵਾਹਿਗੁਰੂ ਨਿਭਜੇ, ਕਿਉਂਕਿ ਸਮਾਂ ਐਸਾ ਚੱਲ ਰਿਹਾ ਤੇ ਗੁਰੂ ਨਾਲ ਨਿਭ ਜਾਵੇ, ਗੁਰ ਪੀਰਾਂ ਨਾਲ ਮੁਰੀਦਾਂ ਦੀ, ਬਸ ਮੁਰੀਦ ਬਣ ਕੇ ਰਹੀਏ, ਸਾਡੀ ਨਿਭ ਜਾਵੇ। ਸੋ ਆਪ ਜੀ ਦਾਸ ਤੋਂ ਪਹਿਲਾਂ ਸੰਤ ਬਾਬਾ ਹਰਪਾਲ ਸਿੰਘ ਜੀ ਪਾਸੋਂ ਰੱਬੀ ਬਾਣੀ ਦੇ ਕੀਰਤਨ, ਗੁਰਮਤਿ ਵਿਚਾਰਾਂ ਬੜੇ ਪਿਆਰ ਨਾਲ ਸਰਵਣ ਕੀਤੀਆਂ ਹਨ, ਕਿਉਂਕਿ ਬਚਪਨ ਦੇ ਵਿੱਚ ਹੀ ਮਹਾਂਪੁਰਸ਼ਾਂ ਦੀ ਸੰਗਤ ਇਹਨਾਂ ਨੂੰ ਪ੍ਰਾਪਤ ਹੋਈ। ਜਿਸ ਵੇਲੇ ਸਤਿਕਾਰਯੋਗ ਸਰਦਾਰ ਸੰਤੋਖ ਸਿੰਘ ਜੀ ਰੰਧਾਵਾ, ਉਹਨਾਂ ਦੇ ਗ੍ਰਹਿ ਵਿਖੇ ਇਲਾਹੀ ਬਾਣੀ ਦੇ ਅਖੰਡ ਜਾਪ ਚੱਲ ਰਹੇ ਸਨ। ਦਾਸ ਜੀ ਪਿਤਵਾਇਆ ਸੀ। ਇਹ ਕਰੀਬ 82 ਜਾਂ 83 ਦਾ ਬਚਨ ਹੈ। 20-22 ਸਿੰਘ ਜਿਹੜੇ ਸਨ ਉੱਥੇ ਸੇਵਾ ਵਿੱਚ ਸਨ। ਉਦੋਂ ਬਾਬਾ ਹਰਪਾਲ ਸਿੰਘ ਜੀ
थोड़ी थोड़ी दाड़ी अजे लोई फुट रही सी, भाव बचपन तो ही महापुरुषों का मिलाप होया। सो उन्हां पासों आप जी ने प्यार दे बचन सरवण कीते है। बहुत सारे सिंह सरसां छड्ड के, घर बार छड्ड के, बीबियां भाई और बहुत सारे जिहड़े रिटायर होए ने वो भी दिन रात सेवा च लगे हुए ने। सो अज सरकार जो बीजी का ये जिहड़ा पवित्र जन्म दिहाड़ा आपां मना रहे हैं, आप जी ने सरवण कीता है, जन्म मरण दोहों में ना ही जन पर पुकारी है। गुरु नानक साहिब के घर दे विच ये बराबरता वड्डी बख्शिश है। पिछले युगों का, पिछले समय का जब इतिहास पढ़ने उस वेले बराबरता नहीं सी, जात पात का वितकरा सी, ऊच नीच का सवाल सी, चौ वर्णां दे विच आपस विच नफरत सी और बीबियां नूं भी बराबरता नहीं दिती जाती सी। ये गुरु नानक साहिब के घर की वडियाई है कि सब नूं बराबर एक गोद विच बिठाया है। और गुरु नानक साहिब के घर विच जिथे करनी कमाई वाले बड़े बड़े महापुरुष होए, योधे सूरमे, वो योधे सूरमे किस तरह दे, जाको हारंग लागो इस युग में सो कहीत है सूरा। केवल बाहरले ही सूरमे नहीं, पहला अंदर उन्होंने गुरु की कृपा नाल नाम बाणी का खंडा खड़का के मन उत्ते फतेह पाई है। वड्डा सूरमा मन्निया गया। मन जीता जग जी, भगवत भीर सख्त सिमन की कटी काल पै फांसी, दास कमीर चलो गढ़ ऊपर राज लियो अविनाशी। ऐसे सूरमे योधे महापुरख जिथे उन्होंने शब्द दी नाम दियां कमाइयां कीतियां, विछड़ियां नेक रूहां नूं जोड़िया, उत्थे देश वास्ते कौम वास्ते अपना आप ही वारिया। और उस दे नाल मातावां दी, बीबियां दी सेवा किसी पक्ष तो घट नहीं। गुरु का इतिहास पढ़ के देखिए, किन्नियां किन्नियां कुर्बानियां, किन्नी किन्नी सेवा गुरु घर मातावां बीबियां दी भी है। सतगुर सच्चे पातशाह जी ने अपने प्यारिਆਂ ਨੂੰ कर्म जोगी बनाया। दस तो पहला आप जी सरवण कर रहे सी, धन धन भाई साहब भाई दया सिंह जी महाराज, पंज पैरों के मुखी, खालसा मेरा रूप है खास, खालसे में हूँ करो निवास। जिन्हां तो एक नहीं, अमर छक के किन्ने महापुरुष करनी कमाई वाले योधे सूरमे होए ने, उन्हां तुसीं बचन सरवण कर रहे सी। राड़ा साहब के पावन स्थान ते एक बार संत समाज की मीटिंग सी, अपने प्यारे महापुरुष भी गए सन ते काफ़ी साधु महात्मा आए हुए सन। तो श्री अकाल तख्त साहिब जी के साबका जथेदार भाई साहब भाई जसवीर सिंह जी, जब उन्हों का समा आया तो उन्होंने उस वेले जिहड़े बचन किए, कह लगे असी समझते सां कि ये ढोलकियां चुमटे बजाउण वाले है ते चिट्टे चोले ही पाउण वाले है। बड़ा फर्क हुंदा। पर कहंदे जद हुण 9 रत्न पढ़िया, आत्म मार्ग पढ़िया कि इस संप्रदा दे विच, जिवें टकसाल विच कहंदे इस तरह इस संप्रदा दे विच किन्नी किन्नी करनी कमाई वाले महापुरख होए ने।
ਜਿੱਥੇ ਹੋਰ ਮਹਾਂਪੁਰਸ਼ਾਂ ਦੇ ਉਹਨਾਂ ਨੇ ਨਾਮ ਲਏ, ਉੱਥੇ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਉੱਥੇ ਬਾਬਾ ਮਹਾਰਾਜ ਸਿੰਘ ਜੀ ਜਿਨ੍ਹਾਂ ਨੇ ਅੰਗਰੇਜ਼ ਦੇ ਅੱਗੇ ਸ਼ਸਤਰ ਨਹੀਂ ਸਨ ਰੱਖੇ, ਸਿੰਗਾਪੁਰ ਜਾ ਕੇ ਉਹ ਚੜ੍ਹਾਈ ਕੀਤੇ ਨੇ, ਬੜੇ ਤਸੀਹੇ ਦਿੱਤੇ ਅੰਗਰੇਜ਼ਾਂ ਨੇ। ਕਹਿੰਦੇ ਐਸੇ ਯੋਧੇ ਸੂਰਮੇ ਮਹਾਂਪੁਰਖ ਇਸ ਸੰਪਰਦਾ ਵਿੱਚ ਹੋਏ। ਕਹਿੰਦੇ ਅਸੀਂ ਤੇ ਆਮ ਸਮਝਦੇ ਸਾਂ, ਇਹ ਉਹਨਾਂ ਦੇ ਬਚਨ ਨੇ। ਸੋ ਰਾੜਾ ਸਾਲੇ ਮਹਾਂਪੁਰਖ ਸੂਰਜ ਵਾਂਗੂ ਜਿਨ੍ਹਾਂ ਦਾ ਨਾਮ ਹੈ ਸੰਸਾਰ ਵਿੱਚ, ਉਹਨਾਂ ਦੀ ਸੰਗਤ ਵਿੱਚ ਕਿੰਨੇ ਮਹਾਂਪੁਰਖ ਕਰਨੀ ਕਮਾਈ ਵਾਲੇ, ਜਿਨ੍ਹਾਂ ਨੇ ਕਥਾ ਕੀਰਤਨ ਸਿਮਰਨ ਕੀਤਾ, ਆਪ ਜੁੜੇ, ਕਿੰਨਿਆਂ ਨੂੰ ਜੋੜਿਆ ਤੇ ਜੋੜ ਰਹੇ ਨੇ। ਉਹਨਾਂ ਮਹਾਂਪੁਰਸ਼ਾਂ ਦੇ ਵਿੱਚ ਹੀ ਆਪਣੇ ਪਿਆਰੇ ਮਹਾਂਪੁਰਸ਼ ਜਿਨ੍ਹਾਂ ਨੂੰ 16 ਸਾਲ ਦੀ ਉਮਰ ਵਿੱਚ ਰਾੜਾ ਸਾਲੇ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੋਈ। ਤੇ ਪਹਿਲੇ ਬਚਨਾਂ ਵਿੱਚ ਰਾੜਾ ਸਾਲੇ ਮਹਾਂਪੁਰਸ਼ਾਂ ਨੇ ਕਿਹਾ ਸੀ ਕਿ ਅੱਜ ਇੱਕ ਸੁਹਾਗਣ ਦਾ ਸੁਹਾਗਣ ਨਾਲ ਮਿਲਾਪ ਹੋਇਆ। ਸਤਿਕਾਰਯੋਗ ਬੀਜੀ ਜਿਨ੍ਹਾਂ ਦੇ ਪਿਤਾ ਸੰਤ ਬਾਬਾ ਹੀਰਾ ਸਿੰਘ ਜੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਸੰਤ ਸ਼ਬਦ ਕਿਸੇ ਨੂੰ ਨਹੀਂ ਸਨ ਲਿਖਦੇ, ਭਾਵ ਬਹੁਤ ਘੱਟ। ਉਹਨਾਂ ਨੇ ਸਤਿਕਾਰਯੋਗ ਬੀਜੀ ਦੇ ਪਿਤਾ ਜੀ ਨੂੰ ਸੰਤ ਸ਼ਬਦ ਲਿਖਿਆ, ਸੰਤ ਬਾਬਾ ਹੀਰਾ ਸਿੰਘ ਜੀ। ਉਹਨਾਂ ਦੀ ਕਿੰਨੀ ਕਮਾਈ ਸੀ, ਜਿਨ੍ਹਾਂ ਨੇ ਆਪਣੇ ਰਤਵਾੜਾ ਸਾਲੇ ਮਹਾਂਪੁਰਸ਼ ਜਿਨ੍ਹਾਂ ਦਾ ਧਮੋੜ ਨਗਰ ਹੈ ਜਨਮ ਨਗਰ, ਤੇ ਬੀਜੀ ਦਾ ਦੌਲਤਪੁਰ, ਤੇ ਸੰਤ ਬਾਬਾ ਹੀਰਾ ਸਿੰਘ ਜੀ ਨੇ ਮਹਾਂਪੁਰਸ਼ ਤੇ ਬੀਜੀ ਦੇ ਆਉਣ ਤੋਂ ਪਹਿਲਾਂ ਹੀ ਰਿਸ਼ਤਾ ਕਰ ਦਿੱਤਾ ਸੀ ਮਹਾਂਪੁਰਸ਼ਾਂ ਦੇ ਪਿਤਾ ਜੀ ਨਾਲ ਬਚਨ ਕਰਕੇ ਕਿ ਤੁਹਾਡੇ ਗ੍ਰਹਿ ਵਿਖੇ ਇੱਕ ਐਸੀ ਆਤਮਾ ਆਉਣੀ ਹੈ ਤੇ ਸਾਡੇ ਘਰ ਬੱਚੀ ਨੇ ਆਉਣਾ, ਇਹਨਾਂ ਦੇ ਦਰਗਾਹੀ ਸੰਜੋਗ ਨੇ। ਉਹ ਸਨ ਸੰਤ ਬਾਬਾ ਹੀਰਾ ਸਿੰਘ ਜੀ। ਬੀਜੀ ਨੇ ਇੱਕ ਵਾਰ ਦੱਸਿਆ, ਸ਼ਾਇਦ ਕਈ ਵਾਰ ਦੱਸਿਆ ਹੋਵੇ, ਮੈਂ ਇੱਕ ਵਾਰ ਸੁਣਿਆ, ਕਹਿੰਦੇ ਉਮਰ ਸਾਡੀ ਛੋਟੀ ਸੀ ਤੇ ਪਿਤਾ ਜੀ ਕਹਿਣ ਲੱਗੇ ਵੀ ਜਿਹੜਾ ਕੋਈ ਸਿੰਘ ਆ ਰਿਹਾ ਇਹਨੂੰ ਅੰਦਰ ਨਹੀਂ ਆਉਣ ਦੇਣਾ, ਜਿਹੜਾ ਆ ਰਿਹਾ ਉਹਨੂੰ ਅੰਦਰ ਨਹੀਂ ਆਉਣ ਦੇਣਾ। ਥੋੜੀ ਦੇਰ ਤੋਂ ਬਾਅਦ ਬਹੁਤ ਸੁੰਦਰ ਸਰੂਪ, ਸੁੰਦਰ ਦਾੜਾ, ਐ ਲੱਗਦਾ ਸੀ ਗੁਰਸਿੱਖੀ ਵਿੱਚ ਪ੍ਰਪੱਕ ਹੈ, ਉਹ ਆਇਆ। ਕਹਿੰਦੇ ਮਹਾਂਪੁਰਸ਼ਾਂ ਨੂੰ ਮਿਲਣਾ, ਕਹਿੰਦੇ ਮੈਨੂੰ ਖਿਆਲ ਹੈ ਵੀ ਇਹਨਾਂ ਨੂੰ ਤੇ ਨਹੀਂ ਰੋਕਿਆ ਹੋਣਾ, ਕੋਈ ਹੋਰ ਹੋਣਾ। ਜਿਸ ਵੇਲੇ ਉਹਨਾਂ ਨੂੰ ਅੰਦਰ ਭੇਜ ਦਿੱਤਾ ਤੇ ਸੰਤ ਬਾਬਾ ਹੀਰਾ ਸਿੰਘ ਜੀ ਜਲਾਲ ਵਿੱਚ ਆ ਗਏ। ਕਹਿਣ ਲੱਗੇ ਉਹ ਸਿੰਘਾ ਬੰਬੇ ਕਿਹੜੀ ਕਰਤੂਤ ਕਰਦਾ ਰਿਹਾ, ਜੇ ਮੈਂ ਦਸਮ ਪਾਤਸ਼ਾਹ ਦਾ ਸਿੰਘ ਇੱਥੋਂ ਬੈਠਾ ਦੇਖ ਸਕਣਾ ਕਿ ਦਸਮ ਪਾਤਸ਼ਾਹ ਨਹੀਂ ਦੇਖਦੇ, ਕੀ ਉੱਥੇ ਕਰਮ ਕਰਦਾ ਰਿਹਾ। ਕਹਿੰਦੇ ਉੱਚੀ ਉੱਚੀ ਰੋਣ ਲੱਗ ਪਿਆ। ਇਹ ਕਮਾਈਆਂ ਹੁੰਦੀਆਂ ਮਹਾਂਪੁਰਸ਼ਾਂ ਦੀਆਂ, ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ, ਫਿਰ ਇਹ ਜੋਹਾ ਹਿਰਦੇ ਸਦਾ ਵਸਾ। ਮਾਤਾ ਹਰਨਾਮ ਕੌਰ ਜੀ ਸਤਿਕਾਰਯੋਗ ਬੀਜੀ ਦੇ ਮਾਤਾ ਜੀ, ਔਰ ਸਤਿਕਾਰਯੋਗ ਬੀਜੀ ਜਿੱਥੇ ਛੋਟੀ ਉਮਰ ਵਿੱਚ ਆਨੰਦ ਕਾਰਜ ਹੋਏ ਤੇ ਮਹਾਂਪੁਰਸ਼ ਦੱਸਿਆ ਕਰਦੇ, ਕਹਿੰਦੇ ਭਾਈ ਤੁਹਾਡੇ ਬੀਜੀ ਨੇ ਸਾਡੇ ਤੋਂ ਬਚਨ ਲਿਆ। ਉਹ ਕੀ ਬਚਨ ਲਿਆ ਕਿ ਸਾਰੀ ਉਮਰ ਕਿਸੇ ਅੱਗੇ ਹੱਥ ਨਹੀਂ ਕਰਨਾ, ਐਂ ਤਾਂ ਕਰਨਾ, ਦੇਣਾ ਤੇ ਹੈ, ਲੈਣਾ ਨਹੀਂ। ਕਹਿੰਦੇ ਬਚਨ ਅਸੀਂ ਕੀਤਾ ਹੋਇਆ। ਇੱਕ ਹੈ ਜੀਵਨ ਦਾ ਸਮਾਂ ਕਿ ਸਰੀਰ ਦੀ ਇੰਨੀ ਉਮਰ, ਇੰਨਾ ਚਿਰ ਇੱਥੇ ਰਹੇ, ਇੰਨਾ ਚਿਰ ਇੱਥੇ ਰਹੇ, ਇੱਥੇ ਰਹੇ, ਪਰ ਚਾਹੇ ਧਮੋਟ ਰਹੇ,
ਚਾਹੇ ਸਿੰਧ 'ਚ ਬੀਜੀ ਸਤਕਾਲ 'ਚ ਮਹਾਂਪੁਰਸ਼ਾਂ ਦੇ ਨਾਲ ਰਹੇ, ਚਾਹੇ ਪਟਿਆਲੇ ਸਰਵਿਸ ਮਹਾਂਪੁਰਸ਼ਾਂ ਨੇ ਕੀਤੀ ਉੱਥੇ ਰਹੇ, ਸੈਕਟਰੀ ਡਿਊਟੀ ਕੀਤੀ ਚੰਡੀਗੜ੍ਹ ਰਹੇ, ਯੂਪੀ ਫਾਰਮ ਦਾ ਕੰਮ ਸੰਭਾਲਿਆ, ਫਿਰ ਇੱਥੇ ਆਏ। ਪਰ ਆਪ ਜੀ ਨੇ ਸਾਰਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ। ਤੁਸੀਂ ਸਰਵਣ ਕਰ ਰਹੇ ਸੀ ਸੰਤ ਬਾਬਾ ਹਰਪਾਲ ਸਿੰਘ ਜੀ ਤੋਂ ਵੀ ਇੱਥੇ ਆ ਇਲਾਕਾ ਜਿਹੜਾ ਕਿਸ ਤਰ੍ਹਾਂ ਦਾ ਸੀ। ਸੋ ਉਹਨਾਂ ਦਾ ਜਿਹੜਾ ਮੇਨ ਸੀ ਕਿ ਭਾਈ ਗੁਰੂ ਗ੍ਰੰਥ ਸਾਹਿਬ ਨਾਲ ਸ਼ਬਦ ਨਾਲ ਜੁੜੋ, ਇੱਧਰ ਉੱਧਰ ਭਟਕੋ ਨਾ। ਜਿਵੇਂ ਸਾਨੂੰ ਹੁਕਮ ਹੈ ਹਰ ਇੱਕ ਨੂੰ, ਓ ਲੜ ਸ਼ਬਦ ਗੁਰੂ ਦੇ ਲੱਗ ਜੋ, ਛੱਡੋ ਬੁਗੇ ਮਾੜੀਆਂ ਨੂੰ। ਲੜ ਸ਼ਬਦ ਗੁਰੂ ਦੇ ਲੱਗ ਜੋ, ਛੱਡੋ ਬੁਗੇ ਮਾੜੀਆਂ ਨੂੰ। ਸਾਰੇ ਸ਼ਬਦ ਗੁਰੂ ਦੇ ਲੱਗ ਜੋ, ਛੱਡੋ ਬੁਗੇ ਮਾੜੀਆਂ। ਸਾਰੇ ਸ਼ਬਦ ਗੁਰੂ ਦੇ ਲੱਗ ਜੋ, ਛੱਡੋ ਬੁਗੇ ਮਾੜੀਆਂ ਨੂੰ। ਸ਼ਬਦ ਗੁਰੂ ਦੇ ਲੱਗ ਜਾਓ, ਛੱਡੋ ਬੁਗੇ ਮਾੜੀਆਂ ਨੂੰ। ਸ਼ਬਦ ਗੁਰੂ ਦੇ ਲੱਗ ਜਾਓ, ਛੱਡੋ ਬੁਗੇ ਮਾੜੀਆਂ। ਸਾਰੇ ਸ਼ਬਦ ਗੁਰੂ ਦੇ ਲੱਗ ਜਾਓ, ਛੱਡੋ ਬੁਗੇ ਮਾੜੀਆਂ। ਸਾਰੇ ਸ਼ਬਦ ਗੁਰੂ ਦੇ ਲੱਗ ਜਾਓ, ਛੱਡੋ ਬੁਗੇ ਮਾੜੀਆਂ ਨੂੰ। ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਕਹੈ ਸੇਵਕ ਜਨ ਮਨ ਤਖ ਗੁਰੂ ਨਿਤਾਰੇ। ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ। ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਪੂਰਿਆਂ ਦੇ ਨਾਲ ਜੋੜਿਆ। ਕਿਉਂਕਿ 5 ਕਿਸਮ ਦੇ ਗੁਰੂ ਮਹਾਂਪੁਰਸ਼ ਪਿਆਰੇ ਦੱਸਿਆ ਕਰਦੇ, ਕੱਚਾ ਗੁਰੂ, ਅੰਨਾ ਗੁਰੂ, ਵਿਦਵਾਨ ਗੁਰੂ, ਵਦੂਤ ਗੁਰੂ ਤੇ 5ਵਾਂ ਸਮਰੱਥ ਗੁਰੂ। ਸਮਰੱਥ ਗੁਰੂ ਦੀ ਨਿਸ਼ਾਨੀ ਹੈ ਨਾਰਾਇਣ ਨਰਪਤ ਨਮਸਕਾਰ ਹੈ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਸਮਰੱਥ ਗੁਰੂ, ਸਮਰੱਥ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇਸ ਸੰਸਾਰ ਦੇ ਅੰਦਰ ਕੋਈ ਇੱਕ ਕਲਾ ਲੈ ਕੇ ਆਇਆ, ਕੋਈ 2 ਕਲਾ। ਜਿਵੇਂ ਪਰਸ਼ੂਰਾਮ ਜੀ 2 ਕਲਾ, ਸ਼੍ਰੀ ਰਾਮ ਚੰਦਰ ਜੀ ਨੂੰ 14 ਕਲਾ ਸੰਪੂਰਨ ਮੰਨਿਆ ਜਾਂਦਾ ਹੈ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ 16 ਕਲਾ ਸੰਪੂਰਨ ਅਵਤਾਰ ਮੰਨਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਬ ਕਲਾ ਸਮਰੱਥ ਸਤਿਗੁਰੂ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਾ ਰਾਖੀ ਮੇਰੀ। ਹੁਣ ਜਿਹੜੇ ਸਮਰੱਥ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਭਟਕਦੇ ਆ, ਕਹਿੰਦੇ ਐ ਹੈ ਜਿਵੇਂ ਸਾਗਰ ਨੂੰ ਛੱਡ ਕੇ ਤੇ ਕੋਈ ਟੋਭਿਆਂ ਨਾਲ ਪ੍ਰੀਤ ਪਾ ਲਵੇ। ਉਹ ਪ੍ਰੀਤ ਨਾਲ ਟੋਭਿਆਂ ਦੇ ਪਾਈ, ਸੁਖ ਸਾਗਰ ਗੁਰੂ ਛੱਡ ਕੇ ਪ੍ਰੀਤ
ਨਾਲ ਟੋਬਿਆਂ ਦੇ ਪਾਈ ਸੁਖ ਸਾਗਰ ਗੁਰੂ ਛੱਡ ਕੇ ਨਾਲ ਟੋਬਿਆਂ ਦੇ ਪਾਈ ਸੁਖ ਸਾਗਰ ਗੁਰੂ ਛੱਡ ਦੀਦੇ ਨਾਲ ਟੋਬਿਆਂ ਦੇ ਲਾਈ ਸੁਖ ਸਾਗਰ ਗੁਰੂ ਛੱਡ ਕੇ ਸੁਖ ਸਾਗਰ ਗੁਰ ਛੱਡ ਕੇ ਸੁਖ ਸਾਗਰ ਇਹ ਜਿਹੜੇ ਦੁਨਿਆਵੀ ਸੁਖ ਹਨ ਜੇ ਸਾਰੇ ਇਕੱਠੇ ਕਰ ਲਈਏ ਲੋਕ ਪਰਲੋਕ ਦੇ ਇੱਕ ਬੂੰਦ ਮਾਤਰ ਹੈ ਤੇ ਗੁਰੂ ਸਾਗਰ ਹੈ। ਹੁਣ ਜਿਹੜਾ ਗੁਰੂ ਸਾਗਰ ਹੈ ਨਾ ਧਿਆਨ ਦੇਣਾ ਆ ਜਿਹੜਾ ਪਾਣੀ ਦਾ ਸਮੁੰਦਰ ਹੈ ਪਾਣੀ ਦਾ ਸਾਗਰ ਹੈ ਅੱਜ ਦੇ ਸਾਇੰਸਦਾਨ ਤੋੜ ਰਹੇ ਨੇ ਪਾਣੀ ਇੰਨੇ 1000 ਕਿਲੋਮੀਟਰ ਹੈ ਇਹ ਸੀਮਾ ਵਿੱਚ ਹੈ ਧਿਆਨ ਦੇਣਾ ਜੀ ਇਹਦੀ ਹੱਦ ਹੈ ਜੋ ਗੁਰੂ ਹੈ ਗੁਰ ਪਰਮੇਸ਼ਰ ਏਕੋ ਜਾਣ ਉਹ ਬੇਅੰਤ ਹੈ ਪਿਆਰਿਓ ਉਹ ਅਸੀਮ ਹੈ ਇਹ ਦੁਨੀਆ ਦੇ ਜਿਹੜੇ ਸਮੁੰਦਰ ਤੇ ਸਾਗਰ ਨੇ ਨਾ ਇਹ ਹੱਦ ਵਿੱਚ ਨੇ ਜੋ ਗੁਰੂ ਸਾਗਰ ਹੈ ਗੁਰ ਸਾਗਰ ਰਤਨੀ ਭਰਪੂਰੇ ਤੇ ਗੁਰੂ ਤੇ ਪਰਮੇਸ਼ਰ ਦੋ ਨਹੀਂ ਇੱਕ ਹਨ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ ਭਾਈ ਸਾਹਿਬ ਕਹਿੰਦੇ ਸੁਖ ਸਾਗਰ ਗੁਰ ਛੱਡ ਕੇ ਭਵਜਲ ਅੰਦਰ ਭੰਬਲ ਪੂਸੇ ਜਿਹੜੇ ਸਮਰੱਥ ਗੁਰੂ ਨੂੰ ਛੱਡਦੇ ਆ ਨਾ ਛੱਡ ਦਿੰਦੇ ਆ ਇੱਧਰ ਤੋਂ ਭਟਕ ਜਾਂਦੇ ਆ ਵੀ ਚਲੋ ਗੁਰੂ ਵਾਲੇ ਬਣ ਜਾਈਏ ਖਾਨਾ ਪੂਰਤੀ ਕਰ ਲਈਏ ਨਾ ਨਾ ਸਮਰੱਥ ਗੁਰੂ ਦੇ ਲੜ ਲੱਗਣਾ ਸਮਰੱਥ ਗੁਰੂ ਦੇ ਸੰਤ ਬਾਬਾ ਨਾਨਕ ਸਿੰਘ ਜੀ ਕਲੇਰਾਂ ਵਾਲੇ ਕਿਉਂਕਿ ਜਿੰਨੇ ਵੀ ਮਹਾਂਪੁਰਸ਼ ਨੇ 100 ਸਿਆਣਾ ਇੱਕੋ ਮਤ ਮੂਰਖ ਆਪੋ ਆਪਣੀ ਕਿਉਂਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ ਉਹਨਾਂ ਦੇ ਨਾਮ ਨਾਲ ਜੋੜਨਾ ਗੁਰੂ ਨਾਲ ਜੋੜਨਾ ਉਹਨਾਂ ਕੋਲ ਆ ਗਿਆ ਕਹਿਣ ਲੱਗੇ ਮਹਾਂਪੁਰਸ਼ੋ ਆ ਬੱਚੇ ਠੀਕ ਹੈ ਕਹਿੰਦੇ ਕਿਹੜਾ ਕਹਿੰਦੇ ਜੀ ਦੁੱਧ ਪੀਏ ਛਾਣ ਕੇ ਤੇ ਗੁਰੂ ਬਣਾਈਏ ਪਛਾਣ ਕੇ ਤੇ ਮਹਾਂਪੁਰਸ਼ ਕਹਿੰਦੇ ਇਹ ਵੀ ਠੀਕ ਹੈ ਪਰ ਇੱਕ ਸਾਡੇ ਵੱਲੋਂ ਵੀ ਹੈ ਕਹਿੰਦੇ ਉਹ ਕੀ ਕਹਿੰਦੇ ਦੁੱਧ ਪੀਏ ਕਾੜ ਕੇ ਤੇ ਸੇਵਕ ਰੱਖੀਏ ਤਾੜ ਕੇ ਕਹਿੰਦੇ ਜੇ ਭਲਾ ਕਰਨਾ ਤਾਂ ਹੁਣ ਸਮਰੱਥ ਗੁਰੂ ਦੇ ਲੜ ਲੱਗਣਾ ਹੈ ਜਦ ਅਸੀਂ ਇਤਿਹਾਸ ਪੜ੍ਹਨੇ ਆ ਸੁਖਦੇਵ ਮੁਨੀ ਨੇ 36 ਸਾਲ ਤਪੱਸਿਆ ਕੀਤੀ ਪਰ ਫਿਰ ਗੁਰੂ ਵਾਲਾ ਬਣਿਆ ਭਾਵ ਗੁਰੂ ਦੇ ਨਾਲ ਲੱਗਾ ਬਾਬਾ ਫਰੀਦ ਜੀ ਨੇ ਬੜੀ ਕਠਨ ਤਪੱਸਿਆ ਕੀਤੀ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡਾ ਕਾਕ ਅਜਾ ਸਰ ਆਪਣਾ ਬੋੜਿਓ ਦੇਖ ਬੰਦੇ ਕੇ ਪਾ ਫਿਰ ਗੁਰੂ ਵਾਲਾ ਬਣਨਾ ਪਿਆ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਦੇਵੀ ਦੇ ਜਾਇਆ ਕਰਦੇ ਸੀ ਪਹਿਲਾਂ ਉਹਨਾਂ ਦੇ ਬਜ਼ੁਰਗ ਪਿਤਾ ਜੀ ਜਾਂਦੇ ਸੀ ਜਦੋਂ ਭਾਈ ਜੋਰ ਤੋਂ ਗੁਰਬਾਣੀ ਖਡੂਰ ਸਾਹਿਬ ਸੁਣੀ ਸੱਚੇ ਸਤਿਗੁਰ ਦੀ ਦੱਸ ਪਈ ਤੇ ਕਰਤਾਰਪੁਰ ਸਾਹਿਬ ਗਏ ਤੇ ਸਮਰੱਥ ਗੁਰੂ ਨਾਨਕ ਸਾਹਿਬ ਦੇ ਲੜ ਲੱਗੇ ਤੇ ਗੁਰੂ ਦਾ ਹੁਕਮ ਮੰਨਿਆ ਬਾਬੇ ਲੈਣੇ ਤੋਂ ਗੁਰੂ ਨਾਨਕ ਸਾਹਿਬ ਬਣ ਗਏ ਗੁਰੂ ਅੰਗਦ ਸਾਹਿਬ ਬਣ ਗਏ ਧੰਨ ਗੁਰੂ ਅਮਰਦਾਸ ਮਹਾਰਾਜ ਬਾਬਾ ਅਮਰਦਾਸ ਦੇ ਰੂਪ ਵਿੱਚ 60 ਸਾਲ ਤੀਰਥਾਂ ਤੇ ਜਾਂਦੇ ਰਹੇ
ਸਮਾਂ ਆਇਆ ਜਦੋਂ ਵਿਰਾਗ ਦੇ ਵਿੱਚ ਸਨ ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸੁਪੁੱਤਰੀ ਬੀਬੀ ਅਮਰੋ ਜੀ ਤੋਂ ਸਤਿਗੁਰ ਦੀ ਬਾਣੀ ਸੁਣੀ ਤੇ ਖੰਡੂਰ ਸਾਹਿਬ ਜਾ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਸਿੱਖੀ ਧਾਰਨ ਕੀਤੀ। ਇੰਨਾ ਸੇਵਾ ਕੀਤੀ, ਇੰਨੀ ਸੇਵਾ ਕੀਤੀ, ਭਗਤੀ ਕੀਤੀ ਕਿ ਗੁਰੂ ਨਾਨਕ ਦੀ ਜੋਤ ਗੁਰੂ ਅਮਰਦਾਸ ਮਹਾਰਾਜ ਦੇ ਰੂਪ ਵਿੱਚ ਪ੍ਰਗਟ ਹੋਈ। ਭਾਈ ਬਹਿਲੋ ਸਭ ਤੋਂ ਪਹਿਲਾਂ, ਭਾਈ ਬਹਿਲੋ ਸਭ ਤੋਂ ਪਹਿਲੋਂ ਇਹ ਬਖਸ਼ਿਸ਼ ਭਾਈ ਬਹਿਲੋ ਤੇ ਹੋਈ, ਪਰ ਪਹਿਲਾਂ ਸਰਵਰ ਪੀਰ ਦੇ ਚੇਲੇ ਸਨ। ਪਰ ਜਦੋਂ ਗੁਰੂ ਦੀ ਦੱਸ ਪਈ, ਮਨ ਨੇ ਫੈਸਲਾ ਕੀਤਾ ਤੇ ਗੁਰੂ ਦੀ ਸ਼ਰਨ ਚ ਆ ਕੇ ਸਿੱਖੀ ਧਾਰਨ ਕੀਤੀ। ਭਾਈ ਮੰਝ ਵੀ ਸਰਵਰ ਪੀਰ ਦਾ ਚੇਲਾ ਸੀ, ਪਰ ਜਦੋਂ ਦੇਖਿਆ ਮੇਰੇ ਅੰਦਰ ਅੰਧੇਰਾ, ਫੈਸਲਾ ਵੀ ਸੂਰਮਾ ਕਰ ਸਕਦਾ। ਗੁਰੂ ਦੀ ਸ਼ੋਭਾ ਸੁਣੀ ਤੇ ਪੰਜਵੇਂ ਪਾਤਸ਼ਾਹ ਤੋਂ ਸਿੱਖੀ ਧਾਰਨ ਕੀਤੀ। ਗੁਰੂ ਦਾ ਹੁਕਮ ਮੰਨਿਆ ਤੇ ਬਖਸ਼ਿਸ਼ ਹੋਈ। ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣ ਹਾਰਾ। ਇਸ ਕਰਕੇ ਅਨੇਕ ਗੁਰਸਿੱਖ ਜੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੀਵਨ ਪੜ੍ਹਨੇ ਆ ਪਿਆਰਿਓ, ਬਾਬਾ ਬੰਦਾ ਸਿੰਘ ਜੀ ਬਹਾਦਰ ਵਰਲਡ ਫੇਮ ਦੇ ਜੋਗੀ ਸਵਾਮੀ ਰਾਮ ਜੀ, ਜਿਨ੍ਹਾਂ ਦਾ ਜ਼ਿਕਰ ਤੁਸੀਂ ਸਰਵਣ ਕੀਤਾ। ਸੰਨ 93 ਵਿੱਚ ਪਹਿਲੀ ਵਾਰ ਜਦ ਇੱਥੇ ਆਏ ਸਨ ਤੇ ਮਹਾਂਪੁਰਸ਼ਾਂ ਨਾਲ ਮਿਲਾਪ ਹੋਇਆ ਸੀ। ਬੀਜੀ ਤੋਂ ਸੀਸਾਂ ਵੀ ਲਈਆਂ, ਤੁਸੀਂ ਸਰਵਣ ਕੀਤਾ ਸਾਰਾ। ਤੇ ਮਹਾਂਪੁਰਸ਼ਾਂ ਨੂੰ ਮਿਲ ਕੇ ਜਿਹੜੇ ਪਹਿਲਾਂ ਇੱਥੇ ਦਰਖਤਾਂ ਥੱਲੇ ਬੈਠੇ ਕਹਿੰਦੇ ਸੀ ਹਮ ਗਲੇ ਤੱਕ ਭਰੇ ਹੋਏ, ਦਿਲ ਕਰਤਾ ਸੀ ਛੋੜਦੇ, ਤੇ ਜਦੋਂ ਅੰਦਰ ਕਮਰੇ 'ਚ 1 ਘੰਟਾ ਮਹਾਂਪੁਰਸ਼ਾਂ ਕੋਲ ਬੈਠੇ ਹੱਸਦੇ ਹੋਏ ਬਾਹਰ ਆਏ, हमने आज बहुत बड़ा खजाना लूटा है, ये तो प्यार के सागर हैं। उन्होंने कहा सी भी साधु संत मैं बड़े देखे, पर एक संत महापुरुष इरतवाड़ा साहब वाले स्वामी राम जी का बचन है। कहते कि जदों महाभारत का युद्ध लगना सी ना, ਤੇ ਜਿਹੜਾ ਅਰਜਨ ਸੀ ਉਸਨੇ ਧਨਸ਼ਮਾਨ ਰੱਖ ਦਿੱਤਾ ਸੀ, ਸ਼ਸਤਰ ਰੱਖ ਦਿੱਤੇ ਸੀ, ਮੈਂ ਨਹੀਂ ਜੰਗ ਕਰਨਾ, ਸਾਨੂੰ ਤਪੱਸਿਆ ਕਰਨ ਭੇਜ ਦਿਓ। ਉੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਦਾ ਉਪਦੇਸ਼ ਦਿੱਤਾ ਤੇ ਦੱਸਿਆ ਕਿ ਅਰਜਨ आत्मा का ना जन्म है, ना मरण है, ना आना ना जाना, ना हवा डा सकती, ना शस्त्र कट सकता है, ना पानी रोड़ सकता है, ना अग साड़ सकती। आत्मा सदा अमर है। ते उत्थे ऐसे वचन आउंदे ने कि अर्जन सूरमे दा हुण ये काम नहीं कि इधर एक पासे जुल्म हो रहा होवे, तू पहाड़ों में जाके तपस्या करे, शस्त्र चुकाए है। ਤਾਂ ਸਵਾਮੀ ਰਾਮ ਜੀ ਦਾ ਬਚਨ ਹੈ ਕਿ ਕਦੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਦੁਆਪਰ ਯੁੱਗ ਵਿੱਚ ਅਰਜਨ ਦੇ ਰੱਖੇ ਹੋਏ ਸ਼ਸਤਰ ਧਨੁਸ਼ਬਾਣ ਨੂੰ ਚੁਕਾਇਆ ਸੀ, ਤੇ ਸਮਾਂ ਆਇਆ ਕਿ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦਾ ਨਾਂ ਪਹਿਲਾਂ ਲਛਮਣ ਦੇਵ ਸੀ, ਇਹਨਾਂ ਨੂੰ ਪਹਿਲੇ ਗੁਰੂ ਮਿਲੇ ਜਾਨਕੀ ਦਾਸ। ਉਹਨਾਂ ਨੇ ਇਹਨਾਂ ਦਾ ਮਾਧੋ ਦਾਸ ਨਾਂ ਰੱਖਿਆ ਤੇ ਪਹਿਲੀ ਤਪੱਸਿਆ ਕਸ਼ਮੀਰ ਵਿੱਚ ਕੀਤੀ, ਜਗ੍ਹਾ ਬਣੀ ਹੋਈ ਹੈ। ਉੱਥੋਂ ਕਸੂਰ ਗਏ, ਦੂਸਰੇ ਗੁਰੂ ਧਾਰਨ ਕੀਤੇ ਸੰਤ ਰਾਮਦਾਸ, ਮਨ ਖਾਲੀ ਹੈ। ਤੀਸਰੇ ਗੁਰੂ ਧਾਰਨ ਕੀਤੇ ਅਗੜਨਾਥ, ਪਰ ਸ਼ਕਤੀਆਂ ਤੇ ਪ੍ਰਾਪਤ ਹੋ ਗਈਆਂ, ਪਰ ਮਨ ਸ਼ਾਂਤ ਨਹੀਂ ਹੋਇਆ। ਬਖਸ਼ਿਸ਼ ਕਦੋਂ ਹੋਈ? ਜਦੋਂ ਸਮਰੱਥ ਗੁਰੂ ਦਸਮ ਪਾਤਸ਼ਾਹ ਦੇ ਬੰਦੇ ਬਣੇ। ਇੱਕ ਵਿਰਾਗੀ ਤਿਆਗੀ ਮਾਧੋ ਦਾਸ, ਜਿਹੜਾ ਘਰ ਛੱਡ ਕੇ ਤਪੱਸਿਆ ਕਰਦਾ ਸੀ, ਤੇ ਮੇਰੇ ਦਸਮ ਪਾਤਸ਼ਾਹ ਨੇ ਵਿਦੇਸ਼ ਦਿੱਤਾ, ਉਹਨੂੰ ਸ਼ਸਤਰਧਾਰੀ ਬਣਾਇਆ ਵੀ ਆ ਦੇਖ ਜ਼ੁਲਮ ਹੋ ਰਿਹਾ ਤੇ ਸੂਰਮੇ ਦਾ ਕੰਮ ਕੀ ਹੈ। ਉਹ ਬਾਬਾ ਬੰਦਾ ਸਿੰਘ ਬਹਾਦਰ ਬਣੇ, ਮਹਾਨ ਸ਼ਹੀਦ ਹੋਏ। ਬੇਨਤੀ ਕਰਨ ਤੋਂ ਭਾਵ ਕਿ ਜਾਨਕੀ ਦਾਸ, ਸੰਤ ਰਾਮਦਾਸ ਤੇ ਅਗੜਨਾਥ ਇਹ ਪਹਿਲੇ ਗੁਰੂ ਸਨ, ਪਰ ਉਹਨਾਂ ਨੂੰ ਲੋੜ ਪਈ ਸਮਰੱਥ ਗੁਰੂ ਦੀ, ਮਾਧੋ ਦਾਸ ਜੀ ਨੂੰ। ਕਿਰਪਾ ਸਮਰੱਥ ਗੁਰੂ ਨੇ ਕਰਨੀ ਹੈ, ਕਿਰਪਾ ਸਤਿਗੁਰ ਦੇ ਹੱਥ ਹੈ। ਭਾਈ ਸਾਹਿਬ ਕਹਿੰਦੇ ਸੁਖ ਸਾਗਰ ਗੁਰ ਛੱਡ ਕੇ ਭਵਜਲ ਅੰਦਰ ਭੰਬਲ ਭੂਸੇ,
ਲਹਿਰੀ ਨਾਲ ਪਛਾੜੀਆਂ ਹਉਮੈ ਅਗਨੀ ਅੰਦਰ ਲੂਸੇ। ਕਹਿੰਦੇ ਜਿਹੜੇ ਆਪ ਹਉਮੈ ਦੀ ਅੱਗ ਵਿੱਚ ਸੜ ਰਿਹਾ, ਦੂਸਰਿਆਂ ਨੂੰ ਠੰਡ ਵਰਤਾ ਦੇਣਗੇ। ਇੱਕ ਬਾਹਰਲੀ ਅੱਗ ਹੈ ਨਾ, ਇੱਕ ਅੰਦਰ ਵੀ ਅੱਗ ਹੈ ਹਉਮੈ ਦੀ। ਭਾਵੇਂ ਅੱਗ ਜਿਹੜੀ ਹੈ ਸਾਰੀ ਬਨਸਪਤੀ ਦੇ ਅੰਦਰ ਹੈ, ਪਾਣੀ ਦੇ ਅੰਦਰ ਵੀ ਅੱਗ ਹੈ, ਸਰੀਰ ਦੇ ਅੰਦਰ ਵੀ ਅੱਗ ਹੈ। ਤੇ ਫਿਰ ਜੈਸੀ ਅਗਨ ਉਧਰ ਮੇ ਤੈਸੀ ਬਾਹਰ ਮਾਇਆ, ਉਹ ਵੀ ਅੱਗ ਹੈ। ਹਉਮੈ ਨੂੰ ਵੀ ਇੱਕ ਅੱਗ ਦੇ ਬਰਾਬਰ ਦੱਸਿਆ ਗਿਆ। ਕਹਿੰਦੇ ਜਿਹੜੇ ਆਪ ਹਉਮੈ ਦੀ ਅੱਗ ਵਿੱਚ ਸੜਦੇ ਆ, ਕਹਿੰਦੇ ਦੂਸਰਿਆਂ ਨੂੰ ਠੰਡ ਪਾ ਦੇਣਗੇ। ਮੈਂ ਬੇਨਤੀ ਕਰ ਰਿਹਾ ਸਤਿਕਾਰਯੋਗ ਬੀਜੀ ਦੀ, ਉਹ ਜਦ ਵੀ ਬਚਨ ਕਰਦੇ ਸਮਰੱਥ ਗੁਰੂ ਦਾ ਕਰਦੇ, ਸਹਿਜ ਨਾਲ ਹੀ, ਸਿੱਧੇ ਬਚਨਾਂ ਨਾਲ ਹੀ ਕਈਆਂ ਨੂੰ ਜੋੜ ਦਿੰਦੇ। ਜਿਸ ਵੇਲੇ ਸਨ 66 ਵਿੱਚ ਯੂਪੀ ਆਪ ਜੀ ਗਏ ਨੇ, ਘਰ ਘਰ ਕੀਰਤਨ ਸ਼ੁਰੂ ਕੀਤਾ। ਸੱਚ ਤੁਸੀਂ ਹੈਰਾਨ ਹੋ ਜਾਓਗੇ। ਪੰਜਾਂ ਨੇ ਅਰਦਾਸ ਕੀਤੀ ਸੀ ਜਦੋਂ ਕੀਰਤਨ ਸ਼ੁਰੂ ਹੋਇਆ ਬਿਲਾਸਪੁਰ ਤਰਾਈ ਏਰੀਏ ਵਿੱਚ। ਪੰਜਾਂ ਨੇ। ਤੇ ਫਿਰ ਬੇਦਪੁਰ ਮਹਾਂਪੁਰਸ਼ਾਂ ਦਾ ਦੀਵਾਨ ਲੱਗਾ, ਉੱਥੇ ਬਾਈਆਂ ਨੇ ਨਾਂ ਲਿਖਾਏ ਵੀ ਅਸੀਂ ਵੀ ਆਇਆ ਕਰਾਂਗੇ। ਪਹਿਲਾਂ ਢੋਲਕੀ ਵਾਲਾ ਵੀ ਨਹੀਂ ਸੀ, ਉਸ ਤੋਂ ਬਾਅਦ ਫਿਰ ਇੱਕ ਸਿੰਘ ਢੋਲਕੀ ਵਾਲਾ ਮਿਲਿਆ। ਬਿਨਾਂ ਸਾਊਂਡ ਤੋਂ, ਸਪੀਕਰ ਤੋਂ, ਬਿਨਾਂ ਸ਼ਾਮਿਆਨਿਆਂ ਤੋਂ ਦਰਖਤਾਂ ਥੱਲੇ ਬੈਠ ਕੇ ਦੀਵਾਨ ਲਾਉਣੇ ਤੇ ਕਹਿਣਾ ਕਿ ਤੁਸੀਂ ਕੋਈ ਖੇਚਲ ਨਹੀਂ ਕਰਨੀ, ਬਸ ਸੰਗਤ ਬੁਲਾ ਲਓ ਆਲੇ ਦੁਆਲੇ। ਤੇ ਦਾਸ ਨੇ ਆਪਣੇ ਅੱਖਾਂ ਨਾਲ ਦੇਖਿਆ, ਚਾਹੇ ਇਕੱਠ ਲੱਖਾਂ ਦਾ, ਇੱਥੇ ਕਿੰਨੇ ਇਕੱਠ ਹੁੰਦੇ ਰਹੇ, ਚਾਹੇ 5-7 ਪ੍ਰੇਮੀ ਬੈਠੇ ਹੈ, ਪਰ ਮਹਾਂਪੁਰਸ਼ ਕਹਿੰਦੇ ਇਹ ਕੀਰਤਨ ਸਾਡੀ ਭਗਤੀ ਹੈ। ਸਰਦੀਆਂ ਦਾ ਮੌਸਮ ਸੀ, ਇੱਕ ਵਾਰ ਦੇਵਾਪੁਰ ਦੀਵਾਨ ਸੀ ਬਿਲਾਸਪੁਰ ਦੇ ਨੇੜੇ, ਤੇ ਉਸ ਦਿਨ ਇੰਨੀ ਬਾਰਿਸ਼ ਪਈ, ਠੰਡੀ ਹਵਾ, ਆਇਆ ਨਹੀਂ ਗਿਆ, ਸੰਗਤਾਂ ਕੋਲ ਸਵਾਰੀਆਂ ਨਹੀਂ ਸਨ, ਤੇ ਛੋਟੇ ਜਿਹੇ ਕਮਰੇ ਵਿੱਚ ਪ੍ਰਕਾਸ਼ ਕਰਕੇ ਮੇਰਾ ਖਿਆਲ ਹੈ ਕਿ ਘਰ ਦੇ ਜੀ ਪਾ ਕੇ ਅਸੀਂ ਟੋਟਲ 10 ਨਹੀਂ ਹੋਵਾਂਗੇ। ਪਰ 3 ਘੰਟੇ ਦੀਵਾਨ ਮਹਾਂਪੁਰਸ਼ਾਂ ਨੇ ਲਾਇਆ, 3 ਘੰਟੇ ਉਸੇ ਤਰ੍ਹਾਂ ਪਿਆਰੇ। ਇੱਕ ਮਹਾਂਪੁਰਸ਼ਾਂ ਦਾ ਜੀਵਨ ਸੀ। ਕਈ ਕਿਲੋਮੀਟਰ ਪੈਦਲ ਜਾਂਦੇ ਚੱਲ ਕੇ, ਘਰ ਨੂੰ ਤਾਲਾ ਲਾਉਣਾ, ਬੀਜੀ ਨੇ ਨਾਲ ਜਾਣਾ। ਪਹਿਲਾਂ ਤਾਂ ਮਹਾਂਪੁਰਸ਼ ਟਰੈਕਟਰ ਲੈ ਕੇ ਜਾਇਆ ਕਰਦੇ, ਬੀਜੀ ਨਾਲ ਜਾਂਦੇ। ਫਿਰ ਜੌਂਗਾ ਲਿਆ, ਫਿਰ ਜੀਪ ਲਈ, ਫਿਰ ਕਾਰ ਲਈ। ਤੇ ਜਿੱਥੇ ਸਵਾਰੀ ਗਾਹ ਨਹੀਂ ਸੀ ਨਾ ਜਾਂਦੀ, ਕਿਉਂਕਿ ਆਪਣੇ ਪਿਆਰੇ ਦੀਆਂ ਵਿਚਾਰਾਂ ਪੜ੍ਹਦਿਆਂ, ਕਰਦਿਆਂ, ਸੁਣਦਿਆਂ ਨਾ ਪਿਆਰ ਜਾਗਦਾ ਪਿਆਰੇ। ਤੇ ਪੈਦਲ ਜਾਂਦੇ ਕਈ ਕਿਲੋਮੀਟਰ, ਤੇ ਬੀਜੀ ਨੇ ਸਿਰ ਦੇ ਉੱਤੇ ਤੌਲੀਆ ਰੱਖ ਲੈਣਾ, ਇੱਥੇ ਵੀ ਰੱਖਿਆ ਕਰਦੇ ਸੀ ਕਿ ਤੁਹਾਨੂੰ ਪਤਾ ਆਮ ਸਿਰ ਤੇ ਤੌਲੀਆ ਰੱਖਣਾ, ਪੈਦਲ ਜਾਣਾ, ਕੋਈ ਪਰਵਾਹ ਨਹੀਂ ਕਰਨੀ, ਧੂੜ ਕੱਟਾ ਸਭ ਕੁਛ। ਆਬਾਸ ਨਗਰ ਸਵਾਰ ਦੇ ਨੇੜੇ ਦੀਵਾਨ ਸੀ, ਤੇ ਉਸ ਤੋਂ ਪਹਿਲਾਂ ਜਿੱਥੇ ਦੀਵਾਨ ਸੀ 2.5-3 ਕਿਲੋਮੀਟਰ ਨਦੀ ਦਾ ਪਾਣੀ ਸੀ, ਕੋਈ 4-4 ਫੁੱਟ। ਤੇ ਉਸ ਤੋਂ ਵੀ ਪਹਿਲਾਂ ਕਾਰ ਮਹਾਂਪੁਰਸ਼ਾਂ ਦੀ ਰੁਕੀ, ਤੇ ਮਹਾਂਪੁਰਸ਼ ਪੈਦਲ ਆ ਰਹੇ ਨੇ। ਉਸ ਦਿਨ ਛੋਟੇ ਭੈਣ ਜੀ ਆਏ ਹੋਏ ਸੀਗੇ ਬਾਹਰੋਂ, ਤੇ ਸਤਿਕਾਰਯੋਗ ਬੀਜੀ ਨਾਲ ਨਹੀਂ ਸਨ, ਤੇ ਮਹਾਂਪੁਰਸ਼ ਪੈਦਲ ਜਾ ਰਹੇ ਹੈ। ਭਾਈ ਨਸੀਬ ਸਿੰਘ ਜੀ ਹੁੰਦੇ, ਫੌਜੀ ਰਿਟਾਇਰ ਸਨ, ਨਵਾਂ ਸਾਈਕਲ ਸੀ ਉਹਨਾਂ ਕੋਲ, ਤੇ ਤੌਲੀਆ ਵੀ ਸੀ। ਮੈਂ ਕਿਹਾ ਵੀ ਤੁਸੀਂ ਸਾਈਕਲ ਮੈਨੂੰ ਦਿਓ। ਸਾਈਕਲ ਲਿਆ, ਤੌਲੀਆ ਪਿੱਛੇ ਰੱਖਿਆ, ਬੇਨਤੀ ਕੀਤੀ ਮਹਾਂਪੁਰਸ਼ਾਂ ਨੂੰ। ਹੱਸ ਕੇ ਕਹਿੰਦੇ ਚਲਾ ਲੋਗੇ? ਮੈਂ ਕਿਹਾ ਹਾਂਜੀ। ਸਾਈਕਲ ਦੇ ਪਿੱਛੇ ਬਹਿ ਗਏ। ਪਿਆਰਿਓ ਦੱਸੋ, ਇਹ ਸੀ ਜੀਵਨ ਮਹਾਂਪੁਰਸ਼ਾਂ ਦਾ। ਅੱਜ ਤੇ ਬੜਾ ਔਖਾ ਹੈ। ਨੱਥੜਪੁਰ ਵਾਲੇ ਮਹਾਂਪੁਰਸ਼ਾਂ ਦੇ ਦਰਸ਼ਨਾਂ ਵਾਸਤੇ ਬੜੇ ਬੜੇ ਅਮੀਰ ਗੱਡੀਆਂ ਲੈ ਕੇ ਖੜੇ ਹੁੰਦੇ। ਕਈ ਵਾਰ, ਇੱਕ ਵਾਰ ਬੜੀਆਂ ਗੱਡੀਆਂ ਖੜੀਆਂ,
ਤੇ ਇੱਕ ਵਿਚਾਰਾ ਗਰੀਬ ਆਦਮੀ ਗੱਡਾ ਲੈ ਕੇ ਆਇਆ ਤੇ ਗੱਡੇ ਵਾਲੇ ਨੂੰ ਕਿਹੜਾ ਅੱਗੇ ਆਉਣ ਦਿੰਦਾ ਭਾਈ? ਇਹ ਤਾਂ ਆਪਾਂ ਜਾਣਦੇ ਹੀ ਹੈ ਨਾ। ਗੱਡੇ ਵਾਲਾ ਹੋਵੇ, ਸਾਈਕਲ ਵਾਲਾ ਹੋਵੇ, ਸਾਦੇ ਕੱਪੜੇ ਹੋਣ, ਕਿਹੜਾ ਅੱਗੇ ਆਉਣ ਦਿੰਦਾ? ਇਹ ਤਾਂ ਕੋਈ ਵਿਰਲਾ ਹੀ ਹੈ। ਸਾਰੇ ਹੱਸਦੇ ਆ, ਉਹ ਆ ਗੱਡਾ ਲੈ ਕੇ ਆ ਗਿਆ, ਇੱਥੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਖੜੀਆਂ ਨੇ ਹੈ। ਤੇ ਜਦੋਂ ਮਹਾਂਪੁਰਸ਼ ਨੱਥਲਪੁਰ ਵਾਲੇ ਸੰਤ ਬਾਬਾ ਅਜੀਤ ਸਿੰਘ ਜੀ ਉੱਠੇ, ਸਾਰੀਆਂ ਗੱਡੀਆਂ ਛੱਡ ਕੇ ਤੇ ਗੱਡੇ ਤੇ ਬਹਿ ਗਏ। ਚੱਲ ਭਾਈ ਤੇਰੇ ਘਰ ਜਾਣਾ। ਇਸੇ ਤਰ੍ਹਾਂ ਮਹਾਂਪੁਰਸ਼ ਪਿਆਰੇ ਪਿਆਰੇ, ਜਿਹੜਾ ਸਭ ਤੋਂ ਗਰੀਬ ਹੁੰਦਾ ਸੀ ਨਾ, ਉਹਦਾ ਬਚਨ ਸੀ, ਕਹਿੰਦੇ ਅਮੀਰ ਰਹਿ ਜਾਏ ਕੋਈ ਗੱਲ ਨਹੀਂ, ਅਮੀਰ ਦੇ ਤੇ ਹੋਏਗਾ ਵੀ ਸਮਾਂ ਲੱਗਾ ਕਿਤੇ ਗਰੀਬ ਨਾ ਰਹਿ ਜਾਵੇ। ਇਸੀ ਜੀਵਨ ਮਹਾਂਪੁਰਸ਼ਾਂ ਦਾ ਤੇ ਬੀਜੀ ਦਾ। ਤੇ ਆਪ ਜੀ ਉੱਥੇ ਯੂਪੀ ਦੇ ਅੰਦਰ 12 ਸਾਲ ਲਾਏ। ਜੋੜਿਆ ਕਿਹਦੇ ਨਾਲ? ਗੁਰੂ ਗ੍ਰੰਥ ਸਾਹਿਬ ਦੇ ਨਾਲ ਪਿਆਰਿਓ। ਕਿਉਂਕਿ ਆਪ ਜੁੜੇ ਨੇ, ਆਪਣੀ ਅਵਸਥਾ ਜੋੜ ਉਹ ਸਕਦਾ ਜਿਹੜਾ ਆਪ ਜੁੜਿਆ ਹੋਵੇ। ਲੱਖਾਂ ਦੀਵੇ ਬੁੱਝੇ ਹੋਣ, ਇੱਕ ਨਹੀਂ ਜੇ ਜਗਾ ਸਕਦਾ। ਲੱਖਾਂ ਦੀਵੇ ਬੁੱਝੇ ਹੋਣ, ਇੱਕ ਨਹੀਂ ਜਗ ਸਕਦਾ। ਇੱਕ ਦੀਵਾ ਜਗਦਾ ਹੋਵੇ ਤੇ ਲੱਖਾਂ ਬੁੱਝਿਆਂ ਨੂੰ ਜਗਾ ਲੈਂਦਾ ਹੈ। ਰਾੜਾ ਸਾਲੇ ਮਹਾਂਪੁਰਸ਼ਾਂ ਦਾ ਬਚਨ ਹੈ ਕਿ ਇੱਕ ਜਿਉਂਦਾ ਮਨੁੱਖ ਇੱਕ ਪਾਸੇ ਲੱਖ ਮੁਰਦਾ ਹੈ, ਤੇ ਲੱਖ ਮੁਰਦੇ ਨਾਲੋਂ ਜਿਹੜਾ ਜਿਉਂਦਾ ਹੈ ਨਾ, ਹੁਣ ਭਾਵੇਂ ਇੱਕ ਪਾਸੇ ਲੱਖ ਮੁਰਦਾ ਤੇ ਜਿਹੜਾ ਜਿਉਂਦਾ ਉਹਦੇ ਬਰਾਬਰ ਨਹੀਂ ਲੱਖ ਮੁਰਦਾ ਵੀ। ਹੁਣ ਇਹਦਾ ਮਤਲਬ ਕੀ ਹੈ? ਧਿਆਨ ਦੇਣਾ ਜਰਾ। ਮੁਰਦਾ ਕੌਣ ਹੈ? ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਮਿਰਤ ਕਹੀਐ ਨਾਨਕਾ ਜੀ ਪ੍ਰੀਤ ਨਹੀਂ ਭਗਵੰਤ। ਉਹ ਜਿਉਂਦੇ ਮੁਰਦੇ ਸਮਾਨ ਨੇ। ਉਹ ਸੀ ਕਰਕੇ ਜਿਉਂਦੇ ਪਰ ਅੰਦਰੋਂ ਮੁਰਦੇ ਨੇ। ਜਿਉਂਦੇ ਕੌਣ ਨੇ? ਜਿਹੜੇ ਅੰਦਰੋਂ ਜਾਗੇ ਹੈ। ਅੰਦਰੋਂ ਕੌਣ ਜਾਗੇ ਹੈ? ਪੀਨੀ ਨੈਣੜੀਏ ਚਮਕਣ ਤਾਰੇ, ਜਾਗਣ ਸੰਜਨਾ ਮੇਰੇ RAM ਪਿਆਰੇ। RAM ਪਿਆਰੇ ਸਦਾ ਜਾਗੈ, ਨਾਮ ਸਿਮਰੈ ਅਨ ਦਿਨੋ, ਚਰਨ ਕਮਲ ਧਿਆਨ ਹਿਰਦੈ, ਪ੍ਰਭ ਬਿਸਰ ਨਾਹੀ ਇੱਕ ਖਿਨੋ। ਨਾਮ ਕਿੰਨਾ ਚਿਰ ਜਪਣਾ ਚਾਹੀਦਾ? ਜਿਹੜਾ ਅਸੀਂ ਨਿਤਨੇਮ ਕਰਨਾ ਹੈ, ਸਵਾਸਾਂ ਦਾ ਦਸਵੰਧ ਕੱਢਣਾ ਭਾਈ, ਇਹ ਤੇ ਘੱਟੋ ਘੱਟ ਹੈ। ਉਸ ਤੋਂ ਅੱਗੇ ਤੇ ਊਠ ਬੈਠ ਸੋਤ ਨਾਮ, ਕਹੋ ਨਾਨਕ ਜਨ ਕੈ ਸਤ ਕਾਮ, ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਤਿਕਾਰ ਜੋ ਬੀਜੀ ਤੇ ਨਾਮ ਜਪਦੇ, ਉੱਥੇ ਬਾਣੀ ਪੜ੍ਹਦੇ ਤੇ ਸੁਣਦੇ ਰਹਿੰਦੇ। ਜਦ ਦੇਖੋ ਬਾਣੀ ਸੁਣ ਰਹੇ ਆ, ਕਿਉਂਕਿ ਗੁਰੂ ਘਰ ਦੇ ਵਿੱਚ ਇਹ ਮਹਿਮਾ ਹੈ ਸੇਵਾ ਦੀ, ਸਿਮਰਨ ਦੀ, ਬਾਣੀ ਦੀ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਕਿਉਂਕਿ ਹਰ ਗੁਰਸਿੱਖ ਨੂੰ, ਹਰ ਮਾਈ ਭਾਈ ਨੂੰ ਆ ਹੁਕਮ ਹੈ, ਗਾਵੋ ਸੱਚੀ ਬਾਣੀ। ਆਵੋ ਸਿੱਖੋ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖੋ ਪਿਆਰਿਓ, ਆਵੋ ਸੱਚੀ ਬਾਣੀ। ਆਵੋ ਸਿੱਖੋ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖੋ ਪਿਆਰਿਓ। ਗਾਵੋ ਸੱਚੀ ਬਾਣੀ। ਆਵੋ ਸਿੱਖੋ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖੋ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖੋ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖੋ ਪਿਆਰਿਓ।
ਨਾਲੇ ਹੋ ਗਾਵੋ ਸੱਚੀ ਬਾਣੀ ਬਾਣੀ ਪਕਾਰੋ ਗੁਰੂ ਤੇਰੀ ਬਾਣੀਆਂ ਸੇਵਾਣੀ ਸੇਵਾ ਸਿਮਰਨ ਬਾਣੀ। ਧੰਨ ਗੁਰੂ ਰਾਏ ਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗੁਰਸਿੱਖ ਜਦੋਂ ਨਾਮ ਜਪਣ ਲੱਗ ਪਿਆ ਫੇਰ ਵੀ ਨਿਤਨੇਮ ਬਾਣੀਆਂ ਦੀ ਲੋੜ ਹੈ, ਫੇਰ ਵੀ ਨਿਤਨੇਮ ਬਾਣੀਆਂ ਦੀ ਲੋੜ ਹੈ। ਕਈ ਵਾਰ ਕਈ ਸਮਝਦੇ ਵੀ ਚਲੋ ਆਪਾਂ ਭਜਨ ਕਰ ਲਿਆ ਹੁਣ ਨਿਤਨੇਮ ਨਾ ਕਰੀਏ, ਭਜਨ ਵੀ ਵਿਰਲੇ ਕਰਦੇ ਆ। ਮਹਾਂਪੁਰਸ਼ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਤਰਾਈ ਏਰੀਏ ਵਿੱਚ ਗਏ ਸਨ 85 ਵਿੱਚ, ਨਾਲ ਸਿੰਘ ਸੰਤ ਤੇ ਧਨੌਰਾ ਫਾਰਮ, ਇਹ ਸਾਰੇ ਪਰਿਵਾਰ ਗੁਰਸਿੱਖੀ ਵਿੱਚ ਤੇ ਆਪਣੇ ਪਿਆਰੇ ਮਹਾਂਪੁਰਸ਼ਾਂ ਦੇ ਦੀਵਾਨਾਂ ਵਿੱਚ ਵੀ ਸਾਰਾ ਪਰਿਵਾਰ ਆਇਆ ਕਰਦਾ ਸੀ। 4 ਭਰਾ ਸਨ ਲੋਕ, ਉੱਥੇ ਬੈਠੇ ਹੈ ਤੇ ਕੁਛ ਕਹਿਣ ਲੱਗੇ ਜੀ ਸਾਨੂੰ ਨਾਮ ਦੇ ਬਾਰੇ ਦੱਸੋ। ਉਹ ਮਹਾਂਪੁਰਸ਼ ਕਹਿੰਦੇ ਭਾਈ ਨਾਮ 5 ਪਿਆਰਿਆਂ ਤੋਂ ਮਿਲਦਾ, ਅਸੀਂ ਜੁਗਤੀ ਦੱਸ ਦਿੰਦੇ ਹਾਂ, ਠੀਕ। ਨਾਮ ਗੁਰਮੰਤਰ 5 ਪਿਆਰਿਆਂ ਤੋਂ ਮਿਲਦਾ। ਤੇ ਉੱਥੇ ਇੱਕ ਨੇ ਕਿਹਾ ਜੀ ਸਾਡੇ ਕੋਲ ਜਪਿਆ ਨਹੀਂ ਜਾਂਦਾ, ਤੇ ਸੁਭਾਅ ਦੇ ਉਹ ਵੀ ਖੁੱਲੇ ਸਨ ਸੰਤ ਬਾਬਾ ਕਲਿਆਣ ਸਿੰਘ ਜੀ ਵਾਂਗੂ ਸਿੱਧਾ ਹੀ ਕਹਿੰਦੇ ਕਿਹੜੇ ਸ਼ਤੀਰ ਚੱਕਣੇ ਆ, ਕਹਿੰਦੇ ਹੈ ਜਪਿਆ ਨਹੀਂ ਜਾਂਦਾ, ਜਪੀ ਜਾਓ। ਤੇ ਉੱਥੇ ਫਿਰ ਇੱਕ ਕਹਿੰਦੇ ਜੀ ਦਸਮ ਦੁਆਰ ਕਿਵੇਂ ਖੁੱਲਦਾ, ਲੈ ਕਿਉਂਕਿ ਨੇੜੇ ਨੇੜੇ ਤੇ ਕੋਈ ਗੱਲ ਹੀ ਨਹੀਂ ਕਰਦੇ। ਇੱਕ ਸੰਤ ਬਾਬਾ ਪਿਆਰਾ ਸਿੰਘ ਜੀ ਹੁੰਦੇ ਯੂਪੀ, ਮਹਾਂਪੁਰਸ਼ਾਂ ਦੇ ਦੀਵਾਨਾਂ ਵਿੱਚ ਆਇਆ ਕਰਦੇ। ਪਹਿਲਾਂ ਅਦਾਸੀ ਸਾਧੂਆਂ ਨਾਲ ਬੜਾ ਉਹਨਾਂ ਨੇ ਤਪ ਕੀਤਾ, ਵੈਦ ਵੀ ਬੜੇ ਸਨ। ਉਹਦਾ ਨਾਮ ਬਾਬਾ ਪਿਆਰਾ ਸਿੰਘ ਜੀ, ਦਾਸ ਨਾਲ ਬੜਾ ਪਿਆਰ ਸੀ ਉਹਨਾਂ ਦਾ। ਉਦਾਸੀਆਂ ਨਾਲ ਰਹੇ, ਧੂਣੀਆਂ ਤਾਉਂਦੇ ਰਹੇ ਤੇ ਫਿਰ ਅਮਰ ਛਕ ਲਿਆ। ਤੇ ਇੱਕ ਦਿਨ ਬੈਠੇ ਕਹਿੰਦੇ ਮੈਂ ਹੈਰਾਨ ਆ, ਕਹਿੰਦੇ ਕਿੰਨਾ ਤੋਂ? ਕਹਿੰਦੇ ਮੇਰੀ ਜ਼ਿੰਦਗੀ ਲੰਘ ਗਈ ਹੈ ਧੂਣੀਆਂ ਤਾਉਂਦਿਆਂ, ਇੰਨੀ ਉਮਰ ਹੋ ਗਈ ਹੈ। ਜਿਹੜੀ ਅਗਲੀ ਗੱਲ ਕੀਤੀ, ਕਹਿੰਦੇ ਮੈਨੂੰ ਜੇ ਆਪਣੇ ਮਨ ਦਾ ਵੀ ਨਹੀਂ ਪਤਾ ਲੱਗਾ। ਤੇ ਆਹ ਦਸਮ ਦੁਆਰ ਦੀ ਜਿਹੜੀ ਗੱਲ ਕਰਦੇ ਆ, ਕਹਿੰਦੇ ਦਸਮ ਦੁਆਰ ਤਾਂ ਸਤਿਪੁਰਸ਼ ਮਹਾਂਪੁਰਸ਼ ਪਿਆਰੇ ਜਿਹੜੇ ਕਮਾਈਆਂ ਵਾਲੇ ਨੇ ਉਹਨਾਂ ਨੂੰ ਪਤਾ ਹੈ। ਦਾਸ ਕਈ ਵਾਰ ਬੇਨਤੀ ਕਰਦਾ ਹੈ, ਅਸੀਂ ਬਾਣੀ ਪੜ੍ਹਨੇ ਆ, ਸੁਣਨੇ ਆ। ਹੁਣ ਰੋਜ਼ ਨਿਤਨੇ ਵਿੱਚ ਸੱਚਖੰਡ ਵਸੈ ਨਿਰੰਕਾਰ। ਜੇ ਭਾਈ ਕਿਸੇ ਨੂੰ ਆਪਾਂ ਲੱਖ ਵਾਰੀ ਕਹੀਏ ਵੀ ਚੰਡੀਗੜ੍ਹ ਇਸ ਤਰ੍ਹਾਂ ਦਾ ਹੈ, ਬੰਬੇ ਇਸ ਤਰ੍ਹਾਂ ਦਾ, ਕਲਕੱਤੇ ਇਸ ਤਰ੍ਹਾਂ ਦਾ, ਇੰਡੀਆ ਇਸ ਤਰ੍ਹਾਂ ਦਾ, ਅਮਰੀਕਾ ਇਸ ਤਰ੍ਹਾਂ ਦਾ, ਕੈਨੇਡਾ ਇਸ ਤਰ੍ਹਾਂ ਦਾ, ਯੂਕੇ ਇਸ ਤਰ੍ਹਾਂ ਦਾ, ਆਸਟ੍ਰੇਲੀਆ ਇਸ ਤਰ੍ਹਾਂ ਦਾ, ਲੱਖ ਵਾਰੀ ਸਮਝਾਓ ਉਹਨੂੰ, ਪੁੱਛੋ ਕੀ ਕਹੇਗਾ? ਸੁਣਿਆ ਹੈ ਇਸ ਤਰ੍ਹਾਂ ਦਾ, ਇਹੀ ਕਹੇਗਾ ਨਾ, ਕਿਉਂਕਿ ਉਹਨੇ ਵੇਖਿਆ ਨਹੀਂ, ਉੱਥੇ ਪਹੁੰਚਿਆ ਨਹੀਂ, ਉਹ ਰਸ ਪ੍ਰਾਪਤ ਨਹੀਂ ਹੋਇਆ। ਉਹੀ ਕਹੇਗਾ ਸੁਣਿਆ। ਤੇ ਜਿਹਨੂੰ ਭਾਈ ਦਿਖਾ ਦੋ ਉਹਨੂੰ ਫਿਰ ਦੱਸਣ ਦੀ ਲੱਖ ਵਾਰੀ ਦੱਸਣ ਦੀ ਲੋੜ ਨਹੀਂ। ਬਸ ਇਹੀ ਹੈ ਅਭਿਆਸ, ਇਹ ਹੈ ਆਪ ਸਤਿਗੁਰ ਦੀ ਕਿਰਪਾ, ਸਤਿਗੁਰ ਕਰਦੇ ਆ ਨਾਮ ਦਾ ਅਭਿਆਸ ਕਰਨਾ। ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਕੋਲ ਇੱਕ ਨੇ ਕਥਾ ਕੀਤੀ, ਬੜੇ ਵਿਦਵਾਨ। ਇਸੇ ਤਰ੍ਹਾਂ ਦਾ ਬਚਨ ਆਉਂਦਾ ਮਸਤ ਵਾਲੇ ਮਹਾਂਪੁਰਸ਼ਾਂ ਦਾ ਵੀ। ਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਕੋਲ ਜਿਸ ਵੇਲੇ 5 ਖੰਡਾਂ ਦਾ ਜ਼ਿਕਰ ਕੀਤਾ ਤੇ ਬਾਅਦ ਕਹਿੰਦੇ ਵਾਹ ਵਾਹ ਭਾਈ, ਰੰਗ ਤੇ ਬੜਾ ਬੰਨਿਆ, ਪਰ ਐਂ ਦੱਸ ਵੀ ਅੰਦਰੋਂ ਵੀ ਉੱਥੇ ਪਹੁੰਚਿਆ, ਧਿਆਨ ਦੇਣਾ ਜਰਾ। ਬਾਹਰੋਂ ਤੇ ਵਾਹ ਵਾਹ ਸੰਗਤ ਨੇ ਕਰ ਦਿੱਤੀ, ਵਿਦਵਾਨ ਸੀ ਨਾ। ਕਹਿੰਦੇ ਜੀ ਨਹੀਂ, ਕਹਿੰਦੇ ਫਿਰ ਮਸਤੋਂ ਵਾਲੇ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਦੇ ਕੋਲ, ਜਿਨ੍ਹਾਂ ਦਾ ਬੜਾ ਇਕੱਠ ਹੋਇਆ ਕਰਦਾ ਸੀ, ਹਜ਼ਾਰਾਂ ਹਜ਼ਾਰਾਂ ਪ੍ਰੇਮੀ ਅੰਮ੍ਰਿਤ ਛਕਦੇ ਸੀ ਇੱਕ ਵਾਰ 'ਚ। ਉਹ ਕਥਾ ਨਹੀਂ ਸੀ ਕਰਿਆ ਕਰਦੇ, ਧਾਰਨਾ ਹੀ ਪੜ੍ਹਦੇ ਸੀ, ਮਹਾਰਾਜ ਦੀ ਹਜ਼ੂਰੀ ਬੈਠ ਕੇ।
ਬਹਿ ਜਾਣਾ। ਬਾਕੀ ਸਾਜ਼ ਜਿਹੜੇ ਸਾਜ਼ ਵਜਾਉਂਦੇ ਸੀ ਤੇ ਬਾਣੀ ਭਾਈ ਗੁਰਦਾਸ ਜੀ ਨੇ ਵਾਰਾਂ ਨਾਲ ਧਾਰਨਾ ਬਣਾਈ ਜਾਣੀ ਹੈ ਸਹਿਜ ਸੁਭਾਅ। ਉਦੋਂ ਪਾਕਿਸਤਾਨ ਨਹੀਂ ਸੀ ਬਣਿਆ ਤੇ ਪਾਕਿਸਤਾਨ ਤੋਂ ਰਾਵਲਪਿੰਡੀ ਵੱਲੋਂ ਜਿਹੜੇ ਮੀਰਜ਼ਾਦੇ ਮੁਸਲਮਾਨ ਤੇ ਮੀਰਜ਼ਾਦੇ ਤੇ ਰਾਗ ਦੇ ਬੜੇ ਮਾਹਰ ਹੁੰਦੇ ਆ ਪਿਆਰੇ। ਆਮ ਇੱਕ ਕਹਾਵਤ ਹੈ ਵੀ ਜੇ ਮਰਾਸੀ ਦਾ ਮੀਰਜ਼ਾਦੇ ਦਾ ਬੱਚਾ ਰੋਏਗਾ ਤੇ ਰਾਗ 'ਚ ਰੋਏਗਾ। ਇਹ ਕਹਾਵਤ ਹੈ ਉਹਨਾਂ ਦੀ। ਉਹ ਰੋਏਗਾ ਵੀ ਰਾਗ 'ਚ। ਰਾਗ ਦੇ ਬੜੇ ਮਾਹਰ ਹੁੰਦੇ ਆ। ਉਹਨਾਂ ਨੇ ਮਹਾਂਪੁਰਸ਼ਾਂ ਦੀ ਸੋਭਾ ਸੁਣੀ ਤੇ ਦੀਵਾਨ ਵਿੱਚ ਆ ਗਏ। ਦੀਵਾਨ ਸੁਣਨ ਤੋਂ ਬਾਅਦ ਕਹਿਣ ਲੱਗੇ, ਬਾਬਾ ਜੀ ਅਸੀਂ ਤਾਂ ਫਲਾਣੀ ਜਗ੍ਹਾ ਤੋਂ ਚੱਲ ਕੇ ਆਏ, ਰੇਲ ਗੱਡੀ ਤੋਂ ਬੜਾ ਸਫ਼ਰ ਕੀਤਾ ਹੈ ਵੀ ਬੜਾ ਇਕੱਠ ਹੁੰਦਾ ਹੈ, ਅਸੀਂ ਸਮਝਿਆ ਸੀ ਪਤਾ ਨਹੀਂ ਕਿਹੜਾ ਕਿਹੜਾ ਰਾਗ ਤੁਸੀਂ ਗਾਉਂਦੇ ਹੋ, ਤੁਹਾਡਾ ਤੇ ਕੰਮ ਹੀ ਸਿੱਧਾ ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣੇ, ਤੁਹਾਡਾ ਕੰਮ ਹੀ ਸਿੱਧਾ। ਮਹਾਂਪੁਰਸ਼ ਕਹਿੰਦੇ ਅੱਛਾ। ਹੁਣ ਆਏ ਸੀ ਦੂਰੋਂ ਚੱਲ ਕੇ, ਮਹਾਂਪੁਰਸ਼ਾਂ ਨੇ ਨਿਗਾਹ ਕੀਤੀ, ਕਹਿੰਦੇ ਤੁਹਾਨੂੰ ਅੰਦਰ ਦਾ ਸੁਣਾ ਦਿੰਦੇ ਆ। ਪਰ ਪਿਆਰੇ ਝੱਲਿਆ ਕਿਹਦੇ ਕੋਲ ਜਾਂਦਾ? ਸ਼ਹੀਦ ਦੀ ਸੁੱਧ ਭੁੱਲ ਗਈ ਉਹਨਾਂ ਨੂੰ। ਅੰਦਰ ਦਾ ਸੁਣਾ ਦਿੱਤਾ, ਅੰਦਰ ਦੇ ਰਾਗ ਸੁਣਾ ਦਿੱਤੇ ਉਹਨਾਂ ਨੇ, ਕਿਉਂਕਿ ਕਮਾਈ ਵਾਲੇ ਮਹਾਂਪੁਰਸ਼ ਪਿਆਰੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਉਹਨਾਂ ਦੀ ਅਵਸਥਾ ਕੀ ਹੈ? ਇੱਕ ਚਮ ਦ੍ਰਿਸ਼ਟੀ, ਇੱਕ ਬ੍ਰਹਮ ਦ੍ਰਿਸ਼ਟੀ ਹੈ। ਸਤਿਗੁਰ ਦੀ ਬਾਣੀ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਹੈ। 9 ਦੁਆਰੇ ਕਾਇਆ ਕੋਟ ਹੈ, 10ਵਾਂ ਗੋਤਰ ਦੀਜੈ, ਬਜਰ ਕਪਾਟ ਨਾ ਖੁੱਲਣੀ, ਬਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਭੁਲੀਜੈ, ਮਨਵਾਲੇ ਸੁਨਵਾਲੇ। ਅਨਹਦ ਵਾਜੇ ਤੁਮ ਵਾਜਦੇ, ਗੁਰ ਸ਼ਬਦ ਸੁਣੀਜੈ, ਬਿਨ ਕਲ ਅੰਤਰ ਚਾਨਣਾ, ਬਿਨ ਕਲ ਅੰਤਰ ਚਾਨਣਾ, ਹਰ ਭਗਤ ਮਨੀਜੈ, ਸਭ ਮੈਂ ਏਕੋ ਵਰਤਦਾ। ਸਭ ਏਕੋ ਵਰਤਦਾ, ਜਿਨ ਆਪੇ ਰਖਨ ਜਾਈ, ਬਾਬਾ ਸੱਚੇ ਪਾਤਸ਼ਾਹ, ਬਾਬਾ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ, ਬਾਬਾ ਸੱਚੇ ਪਾਤਸ਼ਾਹ। 9 ਦੁਆਰੇ ਕਾਇਆ ਕੋਟ ਹੈ, 10ਵਾਂ ਗੁਪਤ ਰਖੀਜੈ, ਬਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖਲੀਜੈ। ਅਨਹਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ, ਤਿਤ ਘਟ ਅੰਤਰ ਚਾਨਣਾ, ਕਰ ਭਗਤ ਮਨੀਜੈ। ਚਾਨਣ ਕਾਹਦਾ ਹੈ? ਗਿਆਨ ਦਾ, ਅਨੁਭਵ ਪ੍ਰਕਾਸ਼। ਤੇ ਜਦ ਗਿਆਨ ਦਾ ਪ੍ਰਕਾਸ਼ ਹੋ ਗਿਆ, ਅੰਧਕਾਰ ਦੂਰ ਹੋ ਗਿਆ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ, ਸਭ ਮੈਂ ਏਕੋ ਵਰਤਦਾ, ਜਿਨ ਆਪੇ ਰਚਨ ਰਚਾਏ। ਮਹਾਂਪੁਰਸ਼ਾਂ ਦਾ ਬਚਨ ਹੈ ਪ੍ਰੇਮੀਓ, ਅਸੀਂ ਇੱਕੋ ਆਤਮਾ ਨੂੰ ਸਾਰਿਆਂ ਵਿੱਚ ਦੇਖਦੇ। ਐਸੇ ਮਹਾਂਪੁਰਸ਼ ਮੈਂ ਬੇਨਤੀ ਕਰ ਰਿਹਾ ਸੀ ਕਿ ਅਵਸਥਾ ਬਿਰਲਿਆਂ ਦੀ, ਸਤਿਪੁਰਸ਼ਾਂ ਦੀ, ਪਿਆਰੇ ਮਹਾਂਪੁਰਸ਼ਾਂ ਕੋਲ, ਸਤਿਕਾਰਯੋਗ ਬੀਜੀ ਕੋਲ ਕਿੰਨੇ ਆਉਂਦੇ, ਕੋਈ ਖਾਲੀ ਨਹੀਂ ਸੀ ਜਾਂਦਾ। ਹਰ ਮਤ ਦਾ ਜਿਹੜਾ ਅਭਿਆਸੀ ਸੀ ਮਹਾਂਪੁਰਸ਼ਾਂ ਕੋਲ ਆਇਆ ਕਰਦਾ ਸੀ, ਕਿਸੇ ਮਤ ਦਾ ਹੋਵੇ ਪਿਆਰੇ, ਉਹਨੂੰ ਉੱਥੋਂ ਤੋੜ ਦਿੰਦੇ ਸੀ ਅੱਗੇ ਮਹਾਂਪੁਰਸ਼। ਤੇ ਮੈਂ ਬੇਨਤੀ ਕਰ ਰਿਹਾ ਸੀ ਕਿ ਕਈ ਵਾਰ ਉਹ ਲੋਕ ਆਰਾਮ ਖਿਲਾਉਣਾ ਜਾਣਾ, ਜਿਵੇਂ ਉਹ ਮਹਾਂਪੁਰਸ਼ਾਂ ਨੂੰ ਰਾੜਾ ਸਾਹਿਬ ਪੁੱਛਦੇ ਸੀ ਜੀ 10 ਦੁਆਰ, ਅਜੇ ਨਾਮ ਸ਼ੁਰੂ ਨਹੀਂ ਕੀਤਾ, ਗੱਲ 10 ਦੁਆਰ ਦੀ। ਇੱਕ ਮਹਾਂਪੁਰਸ਼ਾਂ ਨੂੰ ਇੱਕ ਪ੍ਰੇਮੀ ਕਹਿੰਦਾ ਜੀ ਵੀ 10 ਦੁਆਰ ਦੀਆਂ ਕੀ ਨਿਸ਼ਾਨੀਆਂ ਨੇ?
ਉਹ ਕਹਿੰਦੇ ਪਏ ਸਾਨੂੰ ਨਹੀਂ ਜੀ ਤੁਸੀਂ ਮਹਾਂਪੁਰਸ਼ ਹੋ, ਤੁਸੀਂ ਗੁਪਤ ਰਹਿਣਾ ਚਾਹੁੰਦੇ ਹੋ, ਤੁਸੀਂ ਦੱਸਣਾ ਨਹੀਂ ਚਾਹੁੰਦੇ। ਨਹੀਂ ਜੀ ਦੱਸੋ ਜੀ ਤੁਸੀਂ। ਮਹਾਂਪੁਰਸ਼ ਫਿਰ ਕਹਿੰਦੇ ਭਾਈ ਸਾਨੂੰ ਨਹੀਂ ਪਤਾ। ਇਹ ਆਪਣੇ ਨਹੀਂ ਮਹਾਂਪੁਰਸ਼, ਹੋਰ ਮਹਾਂਪੁਰਸ਼ ਦੀ ਵਚਨ ਹੈ। ਤਾਂ ਫਿਰ ਪੁੱਛਦਾ ਹੁਣ ਮਹਾਂਪੁਰਸ਼ ਵਿਚਾਰ ਕਰਦੇ ਹੈ ਵੀ ਅਜੇ ਥੋੜਾ ਜਿਹਾ ਚਿਰ ਹੋਇਆ ਇਸ ਪਾਸੇ ਲੱਗੇ ਨੂੰ 2 ਮਹੀਨੇ ਹੈ, ਤੇ ਇਹ ਕਿਉਂ ਪੁੱਛਦਾ? ਕਹਿੰਦੇ ਵੀ ਚੱਲ ਸਾਨੂੰ ਪਤਾ ਹੀ ਸੀ, ਤੂੰ ਕਿਉਂ ਪੁੱਛਣਾ? ਕਹਿੰਦੇ ਜੀ ਮੈਂ ਤਾਂ ਪੁੱਛਣਾ ਵੀ ਕਿਸੇ 10ਵੇਂ ਦੁਆਰ ਤੋਂ ਗਾਂਹ ਨਾ ਨਿਕਲ ਜਾਵਾਂ। ਆਹ ਕਈਆਂ ਨੇ ਵੀ ਡਰ ਹੈ ਵੀ ਕਿਤੇ ਗਾਂਹ ਨਾ ਨਿਕਲ ਜਾਵਾਂ। ਹੈ ਵੀ ਮਹਾਂਪੁਰਸ਼ਾਂ ਨੂੰ ਕਹਿੰਦੇ ਜੀ 10ਵੇਂ ਦੁਆਰ। ਮਹਾਂਪੁਰਸ਼ ਹੱਸੇ, ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਮੁਸਕਰਾਏ ਵੀ ਅਜੇ ਦੇਖੋ ਸ਼ੁਰੂ ਕੀਤਾ ਨਹੀਂ ਗੱਲ 10ਵੇਂ ਦੁਆਰ ਦੀ। ਪਿਆਰੇ ਇਹ ਮਾਲਕ ਦੇ ਹੱਥ ਹੈ। ਮਹਾਂਪੁਰਸ਼ ਜਿਨ੍ਹਾਂ ਦੀਆਂ ਯਾਦਾਂ ਆਪਾਂ ਮਨਾਉਂਦੇ ਆ, ਪਿਆਰੇ ਜਿਹੜੇ ਆ, ਉਹਨਾਂ ਦੀ ਅਵਸਥਾ ਹੈ ਪਿਆਰੇ, ਉਹਨਾਂ ਨੇ ਆਪ ਕਮਾਇਆ ਹੈ ਤੇ ਦੂਜਿਆਂ ਨੂੰ ਫਿਰ ਦੱਸਦੇ ਕਿ ਭਾਈ ਏੜ ਤੇੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਏੜ ਤੇੜ ਕੀ ਹੈ? ਏੜ ਤੇੜ ਦੇ ਵੀ ਬੜੇ ਅਰਥ ਹੈ। ਇੱਕ ਤੇ ਏੜ ਤੇੜ ਬੇਇੱਜ਼ਤੀ ਦੀਆਂ ਗੱਲਾਂ ਛੱਡੋ ਬਸ, ਉਸ ਤੇ ਦਿਨ ਦਾ ਦਊ ਤਿਆਗਾ ਖੋਜਾ ਪਦਰਮ। ਏੜ ਤੇੜ ਲੋਕ ਤੇ ਪਰਲੋਕ ਦੇ ਸੁੱਖਾਂ ਦਾ ਤਿਆਗ ਕਰਦੇ ਬਸ, ਕੋਈ ਇੱਛਾ ਨਾ ਰੱਖਣ ਦਾ। ਏੜ ਤੇੜ ਇੱਥੇ ਲੋਕ ਦੇ ਸੁੱਖਾਂ ਦਾ, ਪਰਲੋਕ ਦੇ ਸੁੱਖਾਂ ਦਾ ਤਿਆਗ ਕਰਦੇ। ਏੜ ਤੇੜ ਛੱਡ ਤੂੰ। ਉਹ ਕੀ ਡਰਦਾ ਰਹਿਣਾ ਨਰਕਾਂ ਤੋਂ? ਕੀ ਲਾਲਚ ਰੱਖਣਾ ਸਵਰਗਾਂ ਦਾ? ਛੱਡ ਦੇ। ਰੱਬ ਦੇ ਪਿਆਰੇ ਇਸ ਤੋਂ ਉੱਪਰ ਨੇ, ਨਾ ਨਰਕਾਂ ਤੋਂ ਡਰ, ਨਾ ਸਵਰਗਾਂ ਦਾ ਲਾਲਚ ਰੱਖ। ਇੱਕ ਪਾਸੇ ਹੋ ਜਾ। ਏੜ ਤੇੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਗੁਰੂ ਸ਼ਬਦ ਦੇ ਨਾਲ ਪਿਆਰੇ ਜੁੜਨਾ। ਤੇ ਜਦੋਂ ਗੁਰੂ ਸ਼ਬਦ ਨਾਲ ਜੁੜ ਗਿਆ, ਆਸਾ ਅੰਦੇਸ਼ਾ ਦੇ ਜਿਹੜੇ ਪੱਟ ਨੇ ਅੰਦਰ, ਉਹ ਬੱਜਰ ਪਿਆਰੇ ਇੱਕ ਪਾਸੇ ਹੋ ਜਾਣਾ। ਉੱਥੇ ਅਨੁਭਵ ਪ੍ਰਕਾਸ਼, ਗਿਆਨ ਦਾ ਪ੍ਰਕਾਸ਼ ਹੈ। ਆਹ ਪ੍ਰਕਾਸ਼ ਨਹੀਂ। ਜਿਨ੍ਹਾਂ ਨੂੰ ਉਹ ਅਵਸਥਾ ਪ੍ਰਾਪਤ ਹੋਈ ਹੈ, ਸਭ ਮੈਂ ਇੱਕੋ ਵਰਤਦਾ ਜਿਨ ਆਪੇ ਰਚਨ ਰਚਿਆ। ਫਿਰ ਸਾਰਿਆਂ ਦੇ ਵਿੱਚ ਇੱਕ ਨਜ਼ਰ ਆਉਂਦਾ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਪਾਣਾ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਗੋਹਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵ ਕੱਢੈ ਖੋਤ। ਸਭ ਆਤਮ ਰਾਮ ਪਛਾਣਿਆ, ਤਾਂ ਇੱਕ ਰਵਿਆ ਇੱਕੋ ਓਤ ਪੋਤ। ਇੱਕ ਦੇਖਿਆ, ਇੱਕ ਮੰਨਿਆ, ਇੱਕ ਸੁਣਿਆ, ਸਰਵਣ ਸਰੋਤ। ਜਾਂ ਨਾਨਕ ਨਾਮ ਸਲਾਹੇ ਤੂੰ, ਸੱਚ ਸੱਚੇ ਸੇਵਾ ਤੇਰੀ ਹੋਤ। ਉਹ ਜੋਤ ਪਿਆਰਿਆ ਤੇਰੇ ਅੰਦਰ ਸੱਚੇ ਮਾਲਕ ਦੀ। 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 ਅੰਦਰ ਸੱਚੇ ਮਾਲਕ ਦੀ, 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 ਅੰਦਰ ਸੱਚੇ ਮਾਲਕ ਦੀ।
ਦੇ ਮਾਲਕ ਨੇ ਤੇ ਦੂਜਿਆਂ ਨੂੰ ਪਿਆਰਿਓ ਫਿਰ ਉਹ ਜੋੜਦੇ ਆ। ਮਹਾਂਪੁਰਸ਼ਾਂ ਦਾ ਦੀਵਾਨ ਚੱਲ ਰਿਹਾ, 75-76 ਦਾ ਬਚਨ ਹੈ। ਇੱਕ ਸਾਧੂ ਆਇਆ, ਜਿਵੇਂ ਆਮ ਕਹਿੰਦੇ ਨਾਗੇ ਸਾਧੂ, ਉਹਨਾਂ ਕੋਲ ਲੰਗੋਟੀ ਹੁੰਦੀ ਹੈ ਬਸ, ਤੇ ਥੋੜਾ ਜਿਹਾ ਬਸਤਰ ਸਿਰ ਤੇ ਰੱਖਿਆ ਉਹਨਾਂ ਨੇ। ਜਿਸ ਵੇਲੇ ਮਹਾਂਪੁਰਸ਼ਾਂ ਨੇ ਸਮਾਂ ਦਿੱਤਾ ਉਹਨਾਂ ਨੂੰ, ਟੈਮਰੇ ਸਰਦਾਰ ਗੋਪਾਲ ਸਿੰਘ ਦੇ ਘਰ ਸੀ ਇਹ ਪ੍ਰੋਗਰਾਮ। ਉਹਨੇ ਇੱਕ ਗੱਲ ਕਹੀ, ਉਹ ਹਿੰਦੀ ਚ ਬੋਲ ਰਹੇ ਸੀ। ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਉਹਨਾਂ ਨੇ ਕਿ ਵੀ ਸੇਵਾ ਕੋ ਦੋਏ ਭਲੇ, ਏਕ ਸੰਤ ਏਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਕਹਿੰਦੇ ਗੱਲ ਸਮਝੋ, ਰਾਮ ਜੋ ਦਾਤਾ ਮੁਕਤ ਕੋ, ਪਰ ਅਗਲੀ ਗੱਲ ਸੰਤ ਜਪਾਵੈ ਨਾਮ। ਜੇ ਸੰਤ ਨਾਮ ਜਪਾਏਗਾ, ਕੋਈ ਜਪੇਗਾ ਤਾਂ ਹੀ ਮੁਕਤੀ ਰਾਮ ਨੇ ਕਰਨੀ ਹੈ, ਉਹ ਨਹੀਂ ਜੇ ਕਰਨੀ। ਗੱਲ ਸਮਝੋ, ਹਿੰਦੀ ਚ ਕਹਿੰਦੇ ਰੱਬ ਦੇ ਪਿਆਰੇ ਨਾਮ ਜਪਾਉਂਦੇ ਆ, ਰਾਮ ਜੋ ਦਾਤਾ ਮੁਕਤ ਕੋ, ਪਰ ਇੱਥੇ ਨਾ ਰਹਿ ਜੇ ਵੀ ਰੱਬ ਨੇ ਮੁਕਤੀ ਕਰ ਦੇਣੀ, ਐ ਨਹੀਂ ਕਰਨੀ। ਗੁਰੂ ਵਾਲੇ ਬਣ ਕੇ ਉਹਨਾਂ ਪ੍ਰਭੂ ਪਿਆਰਿਆਂ ਦੀ ਸੰਗਤ ਕਰੋ ਜਿਹੜੇ ਆਪ ਜੁੜੇ ਆ ਪਿਆਰੇ। ਤੇ ਜਪਾ ਕੌਣ ਸਕਦੇ ਆ? ਉਹਦਾ ਪਿਆਰੋ ਸਾਰੇ ਕਰਦੇ, ਪਰ ਰੱਬ ਦੇ ਜਿਹੜੇ ਪਿਆਰੇ ਨੇ ਨਾ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨ। ਰਾਲਾ ਸਾਲੇ ਮਹਾਂਪੁਰਸ਼ਾਂ ਦੇ ਕੀਰਤਨ, ਆਪਣੇ ਪਿਆਰੇ ਮਹਾਂਪੁਰਸ਼ਾਂ ਦੇ ਕੀਰਤਨ, ਚਾਹੇ ਕਿੰਨਾ ਇਕੱਠ ਹੋਏ, ਕਿਤੇ ਉੱਚੀ ਸਾਹ ਦੀ ਆਵਾਜ਼ ਨਹੀਂ ਸੁਣਦੀ ਪਿਆਰੇ, ਕਿਉਂਕਿ ਉਹਨਾਂ ਦਾ ਓਰਾ ਹੁੰਦਾ ਪਿਆਰੇ। ਇਸ ਕਰਕੇ ਐਸੀ ਅਵਸਥਾ ਉਹਨਾਂ ਦੀ ਹੈ। ਸਤਿਕਾਰਯੋਗ ਬੀਜ ਜੀ, ਬੜਾ ਸਰਲ ਜੀਵਨ, ਸਾਦਾ ਜੀਵਨ। ਕਈ ਵਾਰ ਤੁਸੀਂ ਦੇਖਿਆ ਹੋਣਾ ਜਿਹੜੇ ਕੋਠੀ ਰਹਿੰਦੇ ਆ ਕਿ ਮਹਾਂਪੁਰਸ਼ਾਂ ਦਾ ਥਾਲ 'ਚ ਪਾ ਕੇ ਪ੍ਰਸ਼ਾਦਾ ਦਿੰਦੇ, ਆਪ ਬੈਠ ਕੇ ਹੱਥ ਤੇ ਲੈ ਕੇ ਇਸ ਤਰ੍ਹਾਂ ਬਹਿ ਜਾਣਾ। ਬੜਾ ਸਾਦਾ ਖਾਣਾ ਸੀ। ਯੂਪੀ ਫਾਰਮ ਦੇ ਵਿੱਚ ਆਪ ਇਕੱਲੇ ਰਹੇ। ਮਹਾਂਪੁਰਸ਼ਾਂ ਨੇ ਕਈ ਵਾਰ ਰਾਤ ਨੂੰ 9-9 10 ਵਜੇ ਬਿਲਾਸਪੁਰ ਤੋਂ ਆਉਣਾ, ਜੰਗਲ ਹੁੰਦੇ ਸਨ। ਖੈਰ, ਸਰਦਾਰ ਜਿਹੜੇ ਪਕੰਬਰਾਪੁਰ ਵਾਲੇ ਸਨ, ਉਹਨਾਂ ਰਿਸ਼ਤੇਦਾਰੀ ਸੀ ਬੀਜ ਦੀ। ਉਹ ਇੱਕ ਦਿਨ ਉਸ ਪਰਿਵਾਰ ਦੀਆਂ ਬੀਬੀਆਂ, ਸਰਦਾਰ ਹਿੰਦਰ ਸਿੰਘ, ਉਹ 5 ਭਾਈ, ਉਹਨਾਂ ਦੇ ਘਰੋਂ ਬੀਬੀਆਂ ਜਿਹੜੀਆਂ ਸਨ ਇਕੱਠੀਆਂ ਹੋ ਕੇ ਇੱਥੇ ਮਹਾਂਪੁਰਸ਼ਾਂ ਦੇ ਫਾਰਮ ਤੇ ਆ ਗਈਆਂ। ਕਹਿੰਦੀਆਂ ਵੀ ਸਾਨੂੰ ਦਾਲ ਬਣਾਉਣੀ ਦੱਸੋ। ਸਾਡੇ ਜਿਹੜੇ ਬੰਦੇ ਐ ਉਹ ਤੁਹਾਡੇ ਕੋਲੋਂ ਦਾਲ ਖਾ ਕੇ ਜਾਂਦੇ ਆ ਪ੍ਰਸ਼ਾਦਾ, ਤੇ ਸਾਨੂੰ ਤੇ ਉਹ ਕਹਿੰਦੇ ਵੀ ਤੁਹਾਡੇ ਕੋਲ ਦਾਲ ਬਣਦੀ ਨਹੀਂ। ਅਸੀਂ ਤਾਂ ਬੜਾ ਕੁਛ ਪੜ੍ਹ ਕੇ ਬੜੇ ਮਸਾਲੇ ਪਾਏ, ਪਰ ਆਂਦੇ ਨਹੀਂ, ਇਹ ਗੱਲ ਨਹੀਂ, ਸਾਨੂੰ ਦੱਸੋ ਤੁਸੀਂ ਦਾਲ 'ਚ ਕੀ ਪਾਉਂਦੇ ਹੋ। ਲਓ ਸਾਡੇ ਸਾਹਮਣੇ ਦਾਲ ਬਣਾਓ। ਬੀਜੀ ਕਹਿੰਦੇ ਠੀਕ ਆ। ਬੀਜ ਨੇ ਰੱਖ ਦਿੱਤੀ ਕਾੜਨੀ ਦੀ ਮਿੱਟੀ ਦੀ, ਤੇ ਲਿਆ ਕੇ ਲਓ ਜੀ ਦਾਲ ਰੱਖ ਦਿੱਤੀ। ਕੋਈ ਤੜਕਾ ਨਹੀਂ ਲਾਇਆ, ਵਿੱਚ ਕੀ ਪਾਇਆ? ਬਸ ਲੂਣ ਹਲਦੀ ਇੱਕ ਅੱਧੀ ਚੀਜ਼ ਆਮ ਜੀ ਪਾਈ, ਤੇ ਕੋਈ ਤੜਕਾ ਨਹੀਂ। ਕਹਿੰਦੇ ਲਓ ਖਾਓ, ਆ ਜੇ ਲਓ। ਕਹਿੰਦੇ ਕਮਾਲ ਹੈ, ਅਸੀਂ ਤੇ ਤੜਕੇ ਲਾ ਕੇ ਮਰ ਗਏ। ਇਸ ਤਰ੍ਹਾਂ ਸੀ ਸਾਦਾ ਜੀਵਨ, ਸਾਦਾ ਪਹਿਨਣਾ, ਸਾਦਾ ਖਾਣਾ, ਸਰਲ ਜੀਵਨ, ਪਰ ਸਾਰੀ ਜ਼ਿੰਦਗੀ ਜੋੜਦੇ ਰਹੇ ਨੇ ਪਿਆਰੇ। ਹੁਣ ਸਾਡੇ ਕੀ ਫਰਜ਼ ਬਣਦੇ? ਅਸੀਂ ਯਾਦਾਂ ਮਨਾਉਂਦੇ ਹਾਂ, ਉਹਨਾਂ ਦੇ ਬਚਨ ਜ਼ਿੰਦਗੀ ਦੇ ਕੇ ਭਾਈ ਜੁੜੇ ਰਹੋ ਸ਼ਬਦ ਗੁਰੂ ਨਾਲ, ਜੁੜੇ ਰਹੋ ਬਸ। ਸਮਾਂ ਭਿਆਨਕ ਬੜਾ ਚੱਲ ਰਿਹਾ। ਸਾਰੇ ਆਪ ਜੀ ਜਾਣਦੇ ਹੋ ਕਿ ਆ ਜਿਹੜਾ ਕਰੋਨਾ ਹੈ ਪੂਰੇ ਵਰਲਡ ਤੇ ਔਰ ਵੱਧ ਰਿਹਾ। ਇੰਡੀਆ ਦੇ ਵਿੱਚ ਵੀ ਕੱਲ ਦੀ ਜਿਹੜੀ ਰਿਪੋਰਟ ਹੈ 62,000 ਇੱਕ ਦਿਨ ਦਾ, ਜਿਵੇਂ ਅਮਰੀਕਾ 'ਚ ਵੱਧਦਾ ਸੀ। ਦਾਸ ਟਰਸਟ ਵੱਲੋਂ, ਅਸਥਾਨ ਵੱਲੋਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਹੜੇ ਸਾਡੀ ਬੇਨਤੀ ਮੰਨਦੇ ਆ, ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਸੀ। ਦੇਸ਼ ਵਿਦੇਸ਼ ਵਿੱਚ ਸੰਗਤਾਂ ਲਾਈਵ ਘਰ ਸਰਵਣ ਕਰਦੀਆਂ ਨੇ, ਕਿਉਂਕਿ ਨਹੀਂ ਤਾਂ ਇੱਥੇ ਤੇ ਇਕੱਠ ਬਹੁਤ ਜ਼ਿਆਦਾ ਹੋ ਜਾਵੇ, ਔਰ ਉਹਦਾ ਵੀ ਸਾਡਾ ਫਰਜ਼ ਬਣਦਾ ਅਸੀਂ ਆਪਣਾ ਧਿਆਨ ਰੱਖੀਏ, ਬਹੁਤ ਭੀੜ ਭੜੱਕੇ ਵਿੱਚ ਨਾ ਜਾਈਏ, ਮਾਸਕ ਬੰਨ੍ਹ ਕੇ ਰੱਖੀਏ, ਇਹ ਬੇਨਤੀ ਹੈ। ਤੇ ਹੁਣ ਅੱਜ ਗਿਆਨੀ ਇਕਬਾਲ ਸਿੰਘ ਜੀ ਲੁਧਿਆਣੇ ਵਾਲੇ, ਕਿਉਂਕਿ ਮਹਾਂਪੁਰਸ਼ਾਂ ਦੇ ਸਮੇਂ ਦੇ ਜੁੜੇ ਹੋਏ ਆ,
ਤੇ ਮੈਂ ਉਹਨਾਂ ਨਾਲ ਹੱਸ ਰਿਹਾ ਸੀ ਵੀ ਚਲੋ ਭਾਈ ਅੱਜ ਜਿਵੇਂ ਬੀਜੀ ਦੇ ਜਨਮ ਦਿਨ ਦੀਆਂ ਵਧਾਈਆਂ, ਲੱਖ ਲੱਖ ਵਧਾਈਆਂ। ਤੇ ਮੈਂ ਸਵੇਰੇ 5 ਵਜੇ 6 ਵਜੇ ਫੋਨ ਕੀਤਾ ਭਾਜੀ ਮਨਜੀਤ ਸਿੰਘ ਜੀ ਨੂੰ, ਭੈਣ ਜੀ ਰੂਪੀ ਨੂੰ, ਵੀ ਮਹਾਂਪੁਰਸ਼ਾਂ ਦਾ ਪਰਿਵਾਰ, ਉਹਨਾਂ ਨੂੰ ਬੀਜ ਦੀਆਂ ਵਧਾਈਆਂ ਦੇ ਦਈਏ। ਉਦੋਂ ਭਾਈ ਜਸਵਿੰਦਰ ਸਿੰਘ ਫਿਰ ਫੋਨ ਕੀਤਾ। ਮੈਂ ਕਿਹਾ ਭਾਈ ਬੀਜ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ, ਬਾਕੀ ਸਾਰੀ ਸੰਗਤ ਨੂੰ ਵਧਾਈਆਂ ਨੇ। ਤੇ ਮੈਂ ਭਾਈ ਇਕਬਾਲ ਸਿੰਘ ਜੀ ਨਾਲ ਗੱਲ ਕਰ ਰਿਹਾ ਸੀ, ਇਹ ਕਥਾ ਕਰਦੇ ਨੇ ਵੀ ਹੁਣ ਪ੍ਰੋਗਰਾਮ ਨਹੀਂ ਚੱਲਦੇ। ਮੈਂ ਕਿਹਾ ਤੁਸੀਂ ਘਰ ਬੈਠੇ ਕਥਾ ਕਰਿਆ ਕਰੋ, ਕੀਰਤਨ ਕਰੋ, ਨਾਮ ਜਪੋ, ਕਿਤੇ ਭੁੱਲ ਨਾ ਜਾਇਆ ਜੇ। ਉਹ ਜਿਵੇਂ ਪਤਾ ਲੱਗਾ ਵੀ 12 ਸਾਲ ਮੀਂਹ ਨਹੀਂ ਪੈਣਾ, 12 ਸਾਲ ਬਾਰਿਸ਼ ਨਹੀਂ ਹੋਣੀ ਤੇ ਮੀਂਹ ਪੈਣਾ। ਖੈਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਸਾਖੀ ਹੁੰਦੀਆਂ ਵੀ ਸ਼ਿਵ ਜੀ ਸ਼ੰਖ ਵਜਾਉਣਗੇ ਤੇ ਫਿਰ ਬਾਰਿਸ਼ ਪੈਣੀ ਹੈ। ਉਹ ਸ਼ਿਵ ਜੀ ਪਾਰਵਤੀ ਤੁਰੇ ਜਾਂਦੇ ਆ ਤੇ ਅੱਗੇ ਇੱਕ ਕਿਸਾਨ ਜਿਹੜਾ ਸੀ ਹਲ ਵਾਹ ਰਿਹਾ। ਸ਼ਿਵ ਜੀ ਕਹਿੰਦੇ ਉਹ ਤੂੰ ਕਮਲਾ ਹੈ? ਕਹਿੰਦੇ ਕਿਉਂ? ਕਹਿੰਦੇ ਉਹ 12 ਸਾਲ ਬਾਰਿਸ਼ ਨਹੀਂ ਪੈਣੀ ਤੇ ਤੂੰ ਹਲ ਵਾਹੀ ਜਾਂਦਾ, ਕੀ ਲੋੜ ਹੈ ਤੈਨੂੰ ਹਲ ਵਾਹੁਣ ਦੀ? ਉਹ ਕਹਿੰਦੇ ਸ਼ਿਵ ਜੀ ਮੈਨੂੰ ਨਾ ਕਮਲਾ ਕਹੋ, ਤੁਸੀਂ ਆਪਣੇ ਬਾਰੇ ਵਿਚਾਰ ਕਰੋ। ਕਹਿੰਦੇ ਕਿਉਂ? ਕਹਿੰਦੇ ਇਹ ਦੱਸੋ ਜੇ ਮੈਂ ਹਲ ਵਾਹੁਣਾ ਛੱਡ ਦਿੱਤਾ, 12 ਸਾਲ ਬਾਅਦ ਜੂਲਾ ਪੰਜਾਲੀ ਹਲ ਕਿੱਥੋਂ ਲਿਆਉਂਗਾ? ਸਭ ਕੁਛ ਹੈ, ਮੈਂ ਤੇ ਹਲ ਵਾਹੁਣਾ ਹੀ ਭੁੱਲ ਜਾਣਾ। ਮੈਂ ਤੇ ਪਵੇ ਮੀਂਹ ਜਦੋਂ ਪੈਣਾ ਮੈਂ ਤੇ ਹਲ ਵਾਹੀ ਜਾਣਾ। ਸ਼ਿਵ ਜੀ ਕਹਿੰਦੇ ਭਾਈ ਬੰਦੇ ਦੀ ਗੱਲ ਕਮਾਲ ਦੀ ਹੈ, 12 ਸਾਲ ਬਾਅਦ ਮੈਂ ਸ਼ੰਖ ਵਜਾਉਣਾ ਕਿਤੇ ਮੈਂ ਸ਼ੰਖ ਪੂਰਨਾ ਨਾ ਭੁੱਲ ਜਾਵਾਂ। ਹੈ ਉਦੋਂ ਵੱਜੇ ਹੀ ਨਾ, ਮੈਂ ਵਜਾ ਕੇ ਤੇ ਦੇਖਾਂ। ਸ਼ਿਵ ਜੀ ਨੇ ਜਿਸ ਵੇਲੇ ਸ਼ੰਖ 'ਚ ਮਾਰੀ ਫੂਕ ਤੇ ਆਵਾਜ਼ ਆਈ ਤੇ ਮੀਂਹ ਪੈ ਗਿਆ ਭਾਈ। ਹੈ ਮੈਂ ਨਾ ਬੇਨਤੀ ਕਰਦਾ ਵੀ ਕਥਾ ਭਾਈ ਜੇ ਬਾਹਰ ਨਹੀਂ ਟਾਈਮ ਨੇ ਘਰ 'ਚ ਬੈਠੇ ਕਥਾ ਕਰੀ ਜਾਇਆ ਕਰੋ, ਕੋਈ ਗੱਲ ਨਹੀਂ, ਅਭਿਆਸ ਕਰੋ ਨਾਮ ਦਾ, ਬਾਣੀ ਦਾ, ਕਥਾ ਦਾ। ਭੇਟਾ ਜਦੋਂ ਅਸੀਂ ਗੁਰੂ ਨਾਲ ਜੁੜ ਗਏ ਨਾ, ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ, ਸਭ ਬਰਕਤਾਂ ਪੈਂਦੀਆਂ ਪਿਆਰੇ, ਉਹਨੂੰ ਫਿਕਰ ਹੈ। ਇੱਕ ਪੁਰਾਣੀ ਸਾਖੀ ਆਉਂਦੀ ਹੈ, ਇੱਕ ਪੰਡਿਤ ਜੀ ਨਾ ਉਹ ਸ਼੍ਰੀ ਰਾਮ ਚੰਦਰ ਤੇ ਲక్ష్మణ ਜੀ ਤੇ ਸੀਤਾ ਜੀ ਤੇ ਹਨੂਮਾਨ ਜੀ ਦੀ ਮੂਰਤੀ ਹੈ। ਉਹ ਕਈ ਮੂਰਤੀ ਪੂਜਾ ਕਰਦੇ ਆ। ਖੈਰ ਸਾਨੂੰ ਤੇ ਗੁਰੂ ਮਹਾਰਾਜ ਨੇ ਸ਼ਬਦ ਨਾਲ ਜੋੜਿਆ, ਪਰ ਕਿਸੇ ਨੂੰ ਮਾੜਾ ਨਹੀਂ ਕਹਿਣਾ ਸੀ, ਆਪਣੇ ਆਪਣੀ ਕਿਸੇ ਪਾਉਣੀ। ਚਲੋ ਉਹ ਪੰਡਿਤ ਨੇ ਜਾਣਾ ਤੇ ਕਥਾ ਕਰਕੇ ਆ ਜਾਣਾ, ਕੋਈ ਸੁਣਨ ਵਾਲਾ ਵੀ ਨਾ ਹੋਣਾ। ਘਰ ਵਾਲੀ ਕਹਿੰਦੀ ਜੀ ਕਿੱਥੇ ਜਾਂਦੇ ਹੋ? ਕਹਿੰਦੇ ਉੱਥੇ ਜੰਗਲ 'ਚ। ਕਹਿੰਦੇ ਕੋਈ ਹੁੰਦਾ? ਕਹਿੰਦੇ ਕੋਈ ਨਾ। ਤੇ ਕਹਿੰਦੇ ਫਿਰ ਇੰਤਜ਼ਾਮ ਕਰਦਾ? ਕਹਿੰਦੇ ਰਾਮ ਜੀ ਜਾਣੇ ਜਿਹਦੀ ਕਥਾ ਕਰਨਾ, ਮੈਨੂੰ ਫਿਕਰ ਕਾਹਦਾ ਜਦ ਉਹਦੇ ਹੋ ਗਏ ਆ। ਉਹ ਅਗਲੇ ਦਿਨ ਕਥਾ ਦਾ ਭੋਗ ਪੈਣਾ ਸੀ ਤੇ ਇੱਕ ਸੇਠ ਜਿਹੜਾ ਸੀ ਉਹ ਸੁਣ ਰਿਹਾ ਹੈ ਤੇ ਪੰਡਿਤ ਚਲਾ ਗਿਆ। ਰਾਮ ਜੀ ਕਹਿੰਦੇ ਹਨੂਮਾਨ ਭਈ ਕੱਲ ਨੂੰ ਭੋਗ ਪੈਣਾ ਹੈ ਤੇ ਇਹਨੂੰ ਆਪਾਂ ਭੇਟਾ ਵੀ ਦੇਣੀ ਹੈ ਕਥਾ ਦੀ। ਕਹਿੰਦੇ ਮਾਰੇ ਹੁਕਮ ਕਰੋ। ਕਹਿੰਦੇ ਘੱਟੋ ਘੱਟ 1000 ਰੁਪਇਆ ਦੇ ਮੇਰੇ ਸੇਵਕ ਨੂੰ। ਕਹਿੰਦੇ 7 ਵਜਨ। ਉਹ ਸੇਠ ਨੇ ਸੁਣ ਲਿਆ, ਉਹ ਸਿੱਧਾ ਪੰਡਿਤ ਦੇ ਘਰ 500 ਰੁਪਇਆ ਲੈ ਕੇ ਚਲਾ ਗਿਆ। ਕਹਿੰਦਾ ਵੀ ਗੱਲ ਸੁਣ, ਕੱਲ ਨੂੰ ਜਿਹੜੀ ਤੈਨੂੰ ਭੇਟਾ ਮਿਲੇ ਨਾ ਕਥਾ ਦੇ ਭੋਗ ਤੋਂ, ਉਹ ਮੇਰੀ ਹੋਈ, ਤੂੰ 500 ਰੁਪਇਆ ਲੈ ਲਾ। ਉਹਨੂੰ ਤੇ 1 ਰੁਪਏ ਦੀ ਆਸ ਨਹੀਂ ਸੀ, ਉਹਨੂੰ ਵੀ 500 ਨੂੰ ਦੇਣਾ, 500 ਬਚ ਜਾਏਗਾ। ਉਹ ਕਹਿੰਦਾ ਨਹੀਂ ਨਹੀਂ, ਕਹਿੰਦਾ ਲੈ ਲੈ, ਮੇਰੇ ਨਾਲ ਕਰ ਲੈ ਤੂੰ। ਉਹ ਕਹਿੰਦਾ ਚੰਗਾ ਲਿਆਓ ਜੀ। ਲੈ ਲਿਆ ਉਹਨੇ 500। ਅਗਲੇ ਦਿਨ ਪੰਡਿਤ ਜੀ ਕਥਾ ਕਰਨਗੇ ਤੇ ਸੇਠ ਇੱਕ ਪਾਸੇ ਬੈਠਾ ਵੀ 1000 ਰੁਪਇਆ ਆਉਣਾ। ਪੰਡਿਤ ਜੀ ਨੇ ਕਥਾ ਕੀਤੀ, ਮੱਥਾ ਟੇਕਿਆ ਤੇ ਚੱਲ ਪਿਆ। ਜਿਸ ਵੇਲੇ ਚੱਲ ਪਿਆ ਤੇ ਸੇਠ ਨੂੰ ਬੜਾ ਗੁੱਸਾ ਚੜਿਆ ਵੀ ਮੇਰਾ ਤੇ 500 ਰੁਪਇਆ ਗਿਆ। ਉਹਨੇ ਕੀ ਕੀਤਾ, ਹਨੂਮਾਨ ਦੀ ਮੂਰਤੀ ਨੂੰ ਲੱਤ ਮਾਰੀ ਤੇ ਉਹਦੇ ਹੱਥ ਐ ਸੀ ਤੇ ਇਹਦਾ ਪੈਰ ਤਾਂ ਫਸ ਗਿਆ ਤੇ ਤੂਰੀ ਵਾਂਗੂ ਲਟਕ ਗਿਆ। ਰਾਮ ਜੀ ਕਹਿੰਦੇ ਹਨੂਮਾਨ ਹਾਂ ਮਹਾਰਾਜ ਜੀ, ਭਾਈ 1000 ਰੁਪਇਆ ਭੇਟਾ ਦੇਣੀ ਸੀ, ਪਹੁੰਚਾਤੀ ਹੈ ਸਾਡੇ ਸੇਵਕ ਨੂੰ। ਕਹਿੰਦੇ ਜੀ 500 ਕੱਲ ਐਡਵਾਂਸ ਪਹੁੰਚਾਤਾ ਸੀ, 500 ਦੀ ਮੁਰਗੀ ਫੜੀ ਹੋਈ ਹੈ, ਇਹ ਤਾਂ ਛੱਡੂਗਾ ਜੇ 500 ਦੇਣਗੇ ਤੇ। ਉਹ ਘਰਾਂ ਨੂੰ ਕਹਿੰਦੇ 500 ਪੰਡਤ ਦੇ ਘਰ ਪਹੁੰਚਾ ਦਿਓ। ਉਹ ਸਾਖੀ ਉਤਰਾ ਗੱਲ ਇਹ ਹੈ ਵੀ ਜਦੋਂ ਅਸੀਂ ਭਰੋਸਾ ਰੱਖਾਂਗੇ ਭਾਈ, ਕੀਰਤਨ ਕਰਨ ਵਾਲਿਓ ਕੀਰਤਨ ਕਰੀ ਚਲੋ, ਨਾਮ ਜਪੋ, ਬਾਣੀ ਪੜੋ, ਕਥਾ ਕਰੋ, ਹੋਰ ਬੈਠੋ। ਪੋਜ਼ਿਟਿਵ ਨੈਗੇਟਿਵ ਦੋ ਚੀਜ਼ਾਂ ਹੁੰਦੀਆਂ। ਸਮਾਂ ਬੜਾ ਭਿਆਨਕ ਹੈ, ਅਜੇ ਇੰਜੈਕਸ਼ਨ ਨਹੀਂ ਕਰੋਨਾ ਦਾ ਨਿਕਲਿਆ। ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਆਉਣਾ ਹੈ ਉਹ ਵਾਹਿਗੁਰੂ ਜਾਣੇ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ
ਸੋ ਕਰ ਰਿਹਾ। ਭਾਈ ਸਮਾਂ ਭਿਆਨਕ ਤੋਂ ਭਿਆਨਕ ਆ ਰਿਹਾ। ਇਸ ਕਰਕੇ ਆ ਸਵਾਸ ਜਿਹੜੇ ਆ ਨਾ ਲੇਖੇ ਵਿੱਚ ਲਾ ਲਈਏ, ਕਿਉਂਕਿ ਹਮ ਆਦਮੀ ਹਾਂ ਇੱਕਦਮ ਹੀ ਮੋਹਤ ਨਾ ਜਾਣਾ। ਇੱਕਦਮ ਦਾ ਆਦਮੀ ਹੈ ਪਿਆਰੇ, ਕੀ ਪਤਾ ਜ਼ਿੰਦਗੀ ਦਾ ਕੀ ਭਰੋਸਾ। ਇਸ ਕਰਕੇ ਜਿਨ੍ਹਾਂ ਦੇ ਪਿਆਰ ਵਿੱਚ ਆਪਾਂ ਬੈਠੇ ਆ, ਉਹਨਾਂ ਨੇ ਸਵਾਸ ਸਵਾਸ ਨਾਮ ਜਪਿਆ ਤੇ ਸਾਨੂੰ ਹੁਕਮ ਕੀਤਾ। ਉਹਨਾਂ ਪਿਆਰਿਆਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਹਉ ਕੁਰਬਾਨਾ ਜਾਓ ਮਿਹਰਬਾਨਾ, ਹਉ ਕੁਰਬਾਨਾ ਜਾਓ, ਹਉ ਕੁਰਬਾਨਾ ਜਾਓ ਤਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਨਾ ਕਹਿ ਹਉ ਸਦ ਕੁਰਬਾਨਾ ਜਾਓ। ਕਰਮ ਧਰਮ ਪਖੰਡ ਜੋ ਦਿਸ ਹੈ, ਤਿਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਉਹਨਾਂ ਤੋਂ ਬਲਹਾਰ ਜਾਈਏ, ਅਰਦਾਸ ਕਰੀਏ ਕਿ ਸਾਡੀ ਨਿਭ ਜਾਵੇ, ਇਹ ਸਵਾਸ ਲੇਖੇ ਵਿੱਚ ਲੱਗ ਜਾਣ। ਇਹ ਪਾਵਨ ਸਥਾਨ ਮਹਾਂਪੁਰਸ਼ ਕਹਿੰਦੇ ਭਾਈ ਜਨਮਾਂ ਜਨਮਾਂ ਦੀ ਕਮਾਈ। ਇਹ ਕਾਹਦੇ ਵਾਸਤੇ? ਸਭ ਕੁਝ ਸੰਗਤਾਂ ਵਾਸਤੇ ਹੈ, ਸਭ ਕੁਝ ਸੰਗਤਾਂ ਵਾਸਤੇ ਹੈ। ਗੁਰੂ ਪਿਆਰੀਆਂ ਸੰਗਤਾਂ ਦੂਰ ਦੀਆਂ ਨੇੜੇ ਦੀਆਂ ਜਿੱਥੋਂ ਵੀ ਆਉਂਦੇ ਭਾਈ, ਉਹ ਗੁਰੂ ਸ਼ਬਦ ਦੇ ਨਾਲ ਜੁੜ ਸਕਣ। ਇਹ ਗੁਰਮਤਿ ਪ੍ਰਚਾਰ ਦਾ ਕੇਂਦਰ, ਮਹਾਂਪੁਰਸ਼ਾਂ ਦੀਆਂ ਪੁਸਤਕਾਂ, ਆਤਮ ਮਾਰਗ ਮੈਗਜ਼ੀਨ। ਔਰ ਮੈਨੂੰ ਭਾਈ ਗੁਰਦੀਪ ਸਿੰਘ ਜੀ ਨੇ ਦੱਸਿਆ ਕਿ ਇੱਕ ਚੈਨਲ ਨਾਲ ਗੱਲਬਾਤ ਹੋ ਰਹੀ ਹੈ, ਉਹ ਸ਼ਾਇਦ ਸਾਰੇ ਪੰਜਾਬ ਵਿੱਚ ਵੀ ਤੇ ਨਾਲ ਹਰਿਆਣਾ ਦਾ ਵੀ, ਤੇ ਉਹ ਸਵੇਰੇ 2 ਘੰਟੇ ਜਿਹੜਾ ਹੈ ਉਹ ਸੰਗਤਾਂ ਨੂੰ ਕੀਰਤਨ ਉਸ ਚੈਨਲ ਤੇ ਆਇਆ ਕਰੇਗਾ ਤੁਹਾਡਾ ਸਾਹਿਬ ਵੱਲੋਂ। ਅਜੇ ਉਹਨਾਂ ਨਾਲ ਲਿਖਤ ਪੜਤ ਜਿਹੜੀ ਹੈ ਹੋਣੀ, ਇਹਨਾਂ ਨੇ ਦੱਸਿਆ। ਮੈਂ ਕਿਹਾ ਠੀਕ ਹੈ, ਆਪਣੇ ਸਾਰਿਆਂ ਦਾ ਫਰਜ਼ ਬਣਦਾ। ਆਤਮ ਮਾਰਗ ਪੜ੍ਹਦੇ ਹੋ, ਪੁਸਤਕਾਂ ਮਹਾਂਪੁਰਸ਼ਾਂ ਦੀਆਂ ਪੜ੍ਹਦੇ ਹੋ। ਬਾਕੀ ਇਹ ਹੈ ਕਿ ਜਿਹੜਾ ਵੱਡਾ ਸਮਾਗਮ ਹੈ ਆਉਣ ਵਾਲਾ, ਉਹਦੇ ਬਾਰੇ ਮੇਰੀ ਬੇਨਤੀ ਹੈ ਕਿ ਅਕਤੂਬਰ ਦੇ ਵਿੱਚ ਅਸੀਂ ਟਰਸਟ ਵੱਲੋਂ ਮੀਟਿੰਗ ਕਰਾਂਗੇ। 17 ਜੂਨ ਦਾ ਸਮਾਗਮ ਸੀ, ਉਸ ਤੋਂ ਪਹਿਲਾਂ ਟਰਸਟ ਨੇ ਮੀਟਿੰਗ ਕੀਤੀ। 8 ਅਗਸਤ ਦਾ ਸਮਾਗਮ ਸੀ, ਥੋੜ੍ਹੇ ਦਿਨ ਬੈਠ ਕੇ ਸਾਰਿਆਂ ਕਿ ਕਿਵੇਂ ਹੈ, ਸੰਗਤ ਨੂੰ ਬੇਨਤੀ ਕੀਤੀ ਗਈ ਘਰਾਂ ਵਿੱਚ ਲਾਈਵ ਸਰਵਣ ਕਰੋ, ਕਿਉਂਕਿ ਸਾਰੇ ਪੱਖ ਵਿਚਾਰਨੇ ਪੈਂਦੇ ਆ ਸਾਧ ਸੰਗਤ ਜੀ। ਵਕਤ ਵਿਚਾਰੇ ਸੋ ਬੰਦਾ ਹੋਏ, ਕਿਉਂਕਿ ਜ਼ਿੰਮੇਵਾਰੀਆਂ ਹੁੰਦੀਆਂ ਨੇ। ਤੇ ਇਸ ਕਰਕੇ ਜਿਹੜਾ ਵੱਡਾ ਸਮਾਗਮ ਹੈ ਉਹਦੇ ਬਾਰੇ ਵੀ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ, ਕਿਉਂਕਿ ਅਜੇ ਤੁਸੀਂ ਸਾਰੇ ਹੀ ਜਾਣਦੇ, ਅਜੇ ਕੋਈ ਇਹਦਾ ਇੰਜੈਕਸ਼ਨ ਨਹੀਂ ਨਿਕਲਿਆ, ਕੋਈ ਖਾਸ ਦਵਾਈ ਨਹੀਂ ਨਿਕਲੀ, ਅਜੇ ਵੱਧਦੇ ਹੀ ਜਾ ਰਿਹਾ। ਇਸ ਕਰਕੇ ਇਹ ਮੀਟਿੰਗ ਟਰਸਟੀ ਕਰਕੇ ਫੈਸਲਾ ਲਿਆ ਜਾਏਗਾ, ਵਿਚਾਰ ਹੋਏਗੀ, ਗੁਰਮਤਾ ਹੋਏਗਾ। ਜੋ ਗੁਰਮਤਾ ਟਰਸਟ ਵਿੱਚ ਹੋਏਗਾ ਉਹਦੀ ਅਸੀਂ ਤੁਹਾਨੂੰ ਅਕਤੂਬਰ ਦੇ ਵਿੱਚ ਪਹਿਲੇ ਹਫ਼ਤੇ 5-10 ਤਰੀਕ ਤੱਕ ਬੇਨਤੀ ਕਰ ਦਿਆਂਗੇ ਵੀ ਜੋ ਸਮਾਂ ਚੱਲ ਰਿਹਾ ਹੈ ਕਿਸ ਤਰ੍ਹਾਂ ਦਾ ਹੈ, ਉਹ ਸਮਾਗਮ ਕਿਸ ਢੰਗ ਨਾਲ ਮਨਾਉਣਾ ਹੈ। ਅਸੀਂ ਇੱਥੇ ਵੀ ਬਹੁਤੇ ਜਥੇ ਜਿਹੜੇ ਆ ਇਸੇ ਕਰਕੇ ਨਹੀਂ ਬੁਲਾਏ, ਕਿਉਂਕਿ 4 ਘੰਟੇ ਦਾ ਪ੍ਰੋਗਰਾਮ, ਤੇ ਉਹਦੇ ਵਿੱਚ ਮੇਰਾ ਆਪਣਾ ਵਿਚਾਰ ਸੀ ਵੀ ਜਦੋਂ ਅਸੀਂ ਬਾਹਰੋਂ ਮਹਾਂਪੁਰਸ਼ ਬੁਲਾਉਂਦੇ ਆ, ਜਥੇ ਬੁਲਾਉਂਦੇ ਆ, ਤੇ ਸਾਡੇ ਆਪਣੇ ਰਹਿ ਜਾਂਦੇ ਆ। ਤੇ ਇਸ ਕਰਕੇ ਹੈ ਤਾਂ ਸਾਰੇ ਹੀ ਆਪਣੇ ਜਾਂ ਬਾਹਰੋਂ ਆਉਂਦੇ ਆ, ਪਰ ਇਹ ਹੈ ਵੀ ਸਾਰੇ ਪਿਆਰ ਵਾਲੇ ਜਿਹੜੇ ਜਥੇ ਇਹਨਾਂ ਦੀ ਹਾਜ਼ਰੀ ਜਿਹੜੀ ਹੈ ਇਹ ਲੱਗ ਜਾਵੇ। ਇਸ ਕਰਕੇ ਅਸੀਂ ਬਾਹਰੋਂ ਜਥੇ ਜਿਹੜੇ ਨੇ ਭਾਵੇਂ ਸਾਰੇ ਆਉਣ ਨੂੰ ਤਿਆਰ ਸਨ, ਅਸੀਂ ਰਾਗੀ ਸਿੰਘ ਮੰਗਾ ਸਕਦੇ ਸੀ, ਹੋਰ ਮਹਾਂਪੁਰਸ਼ ਵੀ ਆਉਣ ਨੂੰ ਤਿਆਰ ਸਨ, ਪਰ ਪਿਆਰਿਓ ਇਸ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ। ਅਸੀਂ ਕਿਸੇ ਨੂੰ ਇੱਥੇ ਆਉਣ ਵਾਸਤੇ ਬੇਨਤੀ ਨਹੀਂ ਕੀਤੀ ਕਿ ਅਸੀਂ ਆਮ ਪ੍ਰੋਗਰਾਮ ਜਿਹੜਾ ਹੈ ਤੇ ਰਤਵਾੜਾ ਸਾਹਿਬ ਦੇ ਜਿਹੜੇ ਜਥੇ ਹਨ ਸਾਰੇ ਉਹ ਕੀਰਤਨ ਦੀ ਸੇਵਾ ਕਰਨਗੇ। ਦਾਸ ਕੋਲੋਂ ਗੁਰਬਾਣੀ ਪੜ੍ਹਦਿਆਂ ਇੱਕ ਨਹੀਂ ਬੇਅੰਤ ਪੁੱਲਾਂ ਹੋ ਗਈਆਂ ਹੋਣਗੀਆਂ, ਜਾਣ ਸਮਝ ਕੇ ਆਪ ਜੀਆਂ ਨੇ ਖਿਮਾ ਕਰਨਾ। ਜਾਈਏ ਕੁਰਬਾਨ ਵਾਹਿਗੁਰੂ ਤੇਰੇ ਸਾਧੂਆਂ ਤੋਂ, ਜਾਈਏ ਕੁਰਬਾਨ ਵਾਹਿਗੁਰੂ ਤੇਰੇ ਸਾਧੂਆਂ, ਜਾਈਏ ਕੁਰਬਾਨ ਵਾਹਿਗੁਰੂ ਤੇਰੇ ਸਾਧੂਆਂ ਤੋਂ, ਜਾਈਏ ਕੁਰਬਾਨ ਵਾਹਿਗੁਰੂ ਤੇਰੇ ਸਾਧੂਆਂ ਤੋਂ। ਤੇਰੇ ਸਾਧੂਆਂ ਤੋਂ ਵਾਹਿਗੁਰੂ ਤੇਰੇ ਸਾਧੂਆਂ, ਤੇਰੇ ਸਾਧੂਆਂ ਤੋਂ ਵਾਹਿਗੁਰੂ ਤੇਰੇ ਸਾਧੂਆਂ, ਤੇਰੇ ਸਾਧੂਆਂ ਤੋਂ ਵਾਹਿਗੁਰੂ ਤੇਰੇ ਸਾਧੂਆਂ, ਤੇਰੇ ਸਾਧੂਆਂ ਤੋਂ ਵਾਹਿਗੁਰੂ ਤੇਰੇ ਸਾਧੂਆਂ।
ਜਾਈਏ ਕੁਰਬਾਨ ਵਾਹਿਗੁਰੂ ਤੇਰੇ ਸਾਥ ਜਾਈਏ ਕੁਰਬਾਨ ਵਾਹਿਗੁਰੂ ਤੇਰੇ ਸਾਥ ਜਾਈਏ ਕੁਰਬਾਨ ਵਾਹਿਗੁਰੂ ਤੇਰੇ ਸਾਥ ਜਾਓ ਮਿਹਰਬਾਨਾ ਕੁਰਬਾਨ ਜਾਓ ਕੁਰਬਾਨ ਜਾਓ ਨੈਣੋ ਤੇਰਾ ਨਾਉ ਨੈਣੋ ਤੇਰਾ ਨਾਉ ਨਾ ਕਹੋ ਸਤ ਕੁਰਬਾਨ ਜਾਓ ਨੈਣੋ ਤੇਰਾ ਨਾਉ ਨਾ ਕਹੋ ਸਤ ਕੁਰਬਾਨ ਜਾਓ। ਆਓ ਸਾਧ ਸੰਗਤ ਜੀ ਸਮਾਂ ਹੋ ਗਿਆ। ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਤਿਕਾਰਯੋਗ ਬੀਜੀ ਦੇ ਜਨਮ ਦਿਨ ਦੀਆਂ ਵਧਾਈਆਂ। ਔਰ ਜਿੱਥੇ ਜਿੱਥੇ ਵੀ ਬੈਠ ਕੇ ਗੁਰਬਾਣੀ ਨਾਲ ਸਾਰੇ ਜੁੜੇ ਹਨ ਸਤਿਗੁਰ ਸੱਚੇ ਪਾਤਸ਼ਾਹ ਸਭ ਤੇ ਕਿਰਪਾ ਕਰਨ। ਕੋਟ ਕੋਟ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਹੈ। ਦਾਸ ਕੋਲੋਂ ਗੁਰਬਾਣੀ ਪੜ੍ਹਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ। ਅਣਜਾਣ ਸਮਝ ਕੇ ਖਿਮਾ ਕਰਨਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਗੁਰ ਕਾ ਮਾਇਆ ਸੱਚੇ ਕੀ ਮਨ ਦੁਨੀਆ ਵਧਾਇਆ। ਸ਼ਬਦੋ ਤੰਗਾਵੋ ਹਰੀ ਤੇਰਾ ਮੰਜਨੀ ਵਿਛਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੂਰ ਸਭੇ ਸਾਰਾ ਕਰੋ ਮੇਰੇ ਤੇਰਾ ਸਾਥ ਸਭ ਤੁਹਾਰਾ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਹਿਬਾ ਨਹੀਂ ਪਾਤੇ ਸਦਾ ਸਿਫਤ ਸਲਾਹ ਤੇਰੀ ਨਾਮ ਮਾਨਵ ਸਾਵੇ। ਹਾਰੇ ਕਰਵਾਏ ਤੇਰਾ ਭਗਤ ਜਨ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ। ਆਏ ਵਿਦਿਆ ਜਿਹੜੀ ਚਾਹ ਸਭ ਜਾਇਆ। ਕਹਿ ਨਾਨਕ ਸੁਣੋ ਸੁਣੋ ਸ਼ਬਦ ਤਰੋ ਕੇ ਆਓ। ਸਾਡਾ ਨਾਮ ਮੇਰਾ ਆਧਾਰੋ ਆਜੇ ਜਾਵਤ ਵਾਂਗੇ ਰਾਜ ਕਰਤਾਰਿਆ। ਗੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਦੋਖ ਸੰਤਾਪ ਤਰੇ ਦੀ ਸੱਚੀ ਬਾਣੀ। ਸੁਣਦੇ ਪਨੀਤ ਕਹਤੇ ਪਵਿੱਤ ਸਤਿਗੁਰ ਹਾ ਪਰਪੂਰੇ। ਵਕਤ ਨਾਨਕ ਕਹਿਣ ਲਾਗੇ ਵਾਜੇ ਅਨਹਦ ਲੋਕ। ਦਿਵਸ ਰਾਤ ਦੋਏ ਦਾਈ ਦਾਇਆ ਖਿਲੇ ਸਰਬ ਜਗਤ। ਗੁਰਿਆਈਆਂ ਗੁਰਿਆਈਆਂ
ਗਏ ਮਸ਼ੱਕਤ ਕਾਲ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਾਹਿਬ ਧੰਨ ਧੰਨ ਹੈ ਗੁਰੂ ਅਮਰਦਾਸ ਸਾਹਿਬ ਧੰਨ ਹੈ। ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ ਧੰਨ ਗੁਰੂ ਅਰਜਨ ਦੇਵ ਸਾਹਿਬ ਧੰਨ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਧੰਨ ਧੰਨ ਹੈ ਗੁਰੂ ਹਰਿ ਰਾਏ ਸਾਹਿਬ ਜੀ ਧੰਨ ਹੈ ਗੁਰੂ ਹਰਿ ਰਾਏ ਸਾਹਿਬ ਜੀ ਧੰਨ ਧੰਨ ਹੈ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਧੰਨ ਧੰਨ ਹੈ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਧੰਨ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਡੋਲ
ਕਿਸ਼ੜਾ ਲੱਗੇਗਾ ਮੋਰ ਪਿਆਰਿਆ। ਵਾਹਿਗੁਰੂ ਲੱਗੇਗਾ ਮੋਰ ਪਿਆਰਿਆ। ਵਾਹਿਗੁਰੂ ਵਾਹਿਗੁਰੂ ਮੋਰ ਪਿਆਰਿਆ ਤੇਰਾ ਪਿਆਰਾ ਲੱਗੇਗਾ ਮੋਰ ਪਿਆਰਿਆ। ਵਾਹਿਗੁਰੂ ਮੋਰ ਪਿਆਰਿਆ ਤੇਰਾ ਪਿਆਰਾ ਲੱਗੇਗਾ ਮੋਰ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਸ਼ਨਾ ਲੱਗੇਗਾ ਮੋਰ ਪਿਆਰਿਆ। ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਸ਼ਨਾ ਲੱਗੇਗਾ ਮੋਰ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਸ਼ਨਾ ਲੱਗੇਗਾ ਮੋਰ ਪਿਆਰਿਆ। ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਸ਼ਨਾ ਲੱਗੇਗਾ ਮੋਰ ਪਿਆਰਿਆ। ਵਾਹਿਗੁਰੂ 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 ਸਭ ਬੋਲੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਉਹ ਪਿੰਡ ਸਭ ਤੁਮ ਮਾਤ ਪਿਤਾ ਹਮ ਤੁਮਰਾ ਅੰਤ ਉਚੇਤੇ ਊਚਾ ਭਗਵਨ ਸਗਲ ਸਮਗਰੀ ਤੁਮਰੇ ਸੁਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦ ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ। ਵਾਹਿਗੁਰੂ ਵਾਹਿਗੁਰੂ ਵਰਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਅਰਦਾਸ ਇੱਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪਿਰਥ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਰੋ ਸ੍ਰੀ ਹਰਿ ਰਾਏ। श्री हर कृष्ण दी आई है जो डिठे सब दुख जाए। तेग बहादुर सिमरिया कर नौ निधि आवे ताए। सब थाई होए सहाय। दसवें पातशाह साहब श्री गुरु गोबिंद सिंह महाराज जी सब थाई होए सहाय। दसां पातशाहियां दे पावन स्वरूप धन धन श्री गुरु ग्रंथ साहिब दे पाठ दर्शन दीदारियां दा ध्यान धर के बोलना जी। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿਟ ਕੀਤਾ।
ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈਆਂ ਦਾ ਧਿਆਨ ਧਰ ਕੇ ਬੋਲਣਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹੀਆਂ ਚਰਖੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਰਵਾਏ, ਮਾਈਆਂ ਬੀਬੀਆਂ ਨੇ ਜੇਲ੍ਹਾਂ ਦੇ ਵਿੱਚ ਸਵਾ ਸਮਣ ਪੀਸਣੇ ਪੀਸੇ, ਖੰਨੀ ਖੰਨੀ ਟੁਕੜੇ ਤੇ ਗੁਜ਼ਾਰਾ ਕੀਤਾ। ਬੱਚਿਆਂ ਦੇ ਟੋਟੇ ਕਰਵਾ ਕਰਕੇ ਗਲਾਂ ਦੇ ਵਿੱਚ ਹਾਰ ਪਵਾਏ, ਧਰਮ ਨਹੀਂ ਹਾਰਿਆ। ਅਸਹਿ ਤੇ ਅਕਹਿ ਘਟ ਸਾਰ ਦੇ ਪੰਥਲੀ ਕੁਰਬਾਨੀਆਂ ਦਿੱਤੀਆਂ, ਆਪ ਜੀ ਦਾ ਭਾਣਾ ਮਿੱਠਾ ਕਰਕੇ ਮੰਨਿਆ, ਮੁਖੋਂ ਸੀਨਾ ਉਚਾਰੀ। ਤਿੰਨਾਂ ਮਾਈਆਂ ਬੀਬੀਆਂ ਚੰਗੀਆਂ ਸੋ ਸੰਤਾਂ ਮਹਾਂਪੁਰਖਾਂ ਦੀਆਂ ਪਵਿੱਤਰ ਕਮਾਈਆਂ ਦਾ ਧਿਆਨ ਧਰ ਕੇ ਬੋਲਣਾ ਜੀ। ਪੰਜਾਂ ਤਖਤਾਂ ਸਵਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਤਿ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਗੁਰੂ ਖਾਲਸਾ ਜੀ ਸਾਹਿਬ ਤਾਹਾ ਤਾਹਾ ਰਛਿਆ ਰਿਆਤ, ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਨਾ ਰਹਿ ਦਾਨ, ਵਿਵੇਕ ਦਾਨ, ਨਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਕੀਆਂ ਝੰਡੇ ਬੁੰਗੇ, ਜੁਗੋ ਜੁਗੇ ਅਟਲ ਧਰਮ ਕਾ ਜੈਕਾਰ। ਸਾਧ ਸੰਗਤ ਜੀ ਬੋਲਣਾ ਜੀ। ਗੁਰਸਿੱਖਾਂ ਦਾ ਵਨ ਨੀਵਾ, ਮਤ ਉੱਚੀ ਮਤ ਪਾਦਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ ਜੀਓ। ਹੇ ਨਵਾਣਿਆਂ ਦੇ ਮਾਨ, ਤਾਣਿਆਂ ਦੇ ਤਾਣ, ਓਟਿਆਂ ਦੀ ਓਟ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਹੀ ਦੀ ਅਪਾਰ ਅਪਾਰ ਬਖਸ਼ਿਸ਼ ਹੋਈ ਹੈ। ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰ ਰਹੇ ਹੋ। ਆਪ ਜੀ ਵੱਲੋਂ ਬਖਸ਼ੇ ਸਥਾਨਾਂ ਦੇ ਉੱਤੇ ਗੁਰਦੁਆਰਾ ਈਸ਼ਰ ਪ੍ਰਕਾਸ਼ ਤੁਹਾਡਾ ਸਾਹਿਬ ਵਿਖੇ ਆਪ ਹੀ ਦੇ ਦਰ ਕਰ ਤੋਂ ਭਰੋਸਾ ਏ। ਪਿਆਰੇ ਮਹਾਂਪੁਰਖ ਤੁਹਾਡਾ ਸਾਲੇ ਮਹਾਂਪੁਰਖਾਂ ਦੇ ਜੀਵਨ ਸਾਥੀ ਸਤਿਕਾਰਯੋਗ ਮਾਤਾ ਰਣਜੀਤ ਕੌਰ ਜੀ, ਜਿਨ੍ਹਾਂ ਨੂੰ ਸੰਗਤਾਂ ਪਿਆਰ ਨਾਲ ਬੀਜੀ ਕਰਕੇ ਸਤਿਕਾਰ ਦਿੰਦੀਆਂ, ਤਿੰਨਾਂ ਦੇ ਆਗਮਨ ਦਿਵਸ ਗੁਰਮਤਿ ਸਮਾਗਮ ਦੇ ਰੂਪ ਵਿੱਚ ਮਨਾਏ ਗਏ ਹਨ। ਆਪ ਹੀ ਦੀ ਹਜ਼ੂਰੀ ਦੇ ਵਿੱਚ ਕਥਾ ਕੀਰਤਨ ਵਿਖਿਆਨ ਹੋਏ। ਮਾਤਾ ਜੀਆਂ ਦੇ ਜੀਵਨ ਤੇ ਘਾਲਣਾ ਕਮਾਈਆਂ ਤੇ ਚਾਨਣਾ ਪਾਇਆ ਗਿਆ। ਹੋਈਆਂ ਭੁੱਲਾਂ ਖਿਮਾ ਕਰਨੀਆਂ, ਦਿੱਤੇ ਗਏ ਉਪਦੇਸ਼ ਜ਼ਿੰਦਗੀ ਦੇ ਅੰਦਰ ਕਮਾਉਣ ਦਾ ਬਲ, ਪਿਆਤਸ਼ਾਹ ਬਖਸ਼ਣਾ, ਮਹਾਂਪੁਰਖਾਂ ਦੇ ਬਚਨਾਂ ਤੇ ਪਹਿਰਾ ਦੇਣ ਦਾ ਬਲ, ਪਿਆਤਸ਼ਾਹ ਬਖਸ਼ਣਾ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਲੇਖੇ ਦੇ ਵਿੱਚ ਲਾਉਣੀਆਂ, ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਸੰਗਤਾਂ ਵੱਲੋਂ ਕੀਤੀਆਂ ਸੇਵਾਵਾਂ ਘਾਲਣਾ ਥਾਏ ਪਾਉਣੀਆਂ, ਬਿਗਨਾ ਦੇ ਨਾਸ਼ ਭਜਨ ਬਾਣੀ ਦੇ ਪ੍ਰਤਾਪ ਬਖਸ਼ਣੇ। ਅੰਗ ਸੰਗ ਸਹਾਇਤਾ ਕਰਨੀ, ਚੜ੍ਹਦੀਆਂ ਕਲਾਂ ਬਖਸ਼ਣੀਆਂ। ਬਹੁਤ ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਘਰਾਂ ਨਗਰਾਂ ਵਿੱਚ ਬੈਠ ਕਰਕੇ ਇੰਟਰਨੈਟ ਮੀਡੀਆ ਰਾਹੀਂ ਕੀਰਤਨ ਸਰਵਣ ਕਰ ਰਹੀਆਂ ਹਨ। ਸਾਰਿਆਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ। ਦੇਸ਼ਾਂ ਵਿਦੇਸ਼ਾਂ ਸੰਗਤਾਂ ਨੂੰ ਸੁਖ ਸ਼ਾਂਤੀ ਵਰਤਾਉਣੀ, ਸੂ ਮਾਨਵਤਾ ਦੇ ਅੰਦਰ ਸੁਖ ਸ਼ਾਂਤੀ ਵਰਤਾਉਣੀ, ਕਿਰਪਾ ਕਰਨੀ। ਸੰਗਤਾਂ ਵੱਲੋਂ ਸੁੰਦਰ ਪੋਸ਼ਾਕੇ ਪਹਿਨਾਏ ਗਏ ਨੇ, ਅੰਗੀਕਾਰ ਕਰਨੇ, ਲੋਕ ਪਰਲੋਕੇ ਪਰਦੇ ਕੱਜਣੇ। ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਜੋਦਰੀਆਂ ਹਨ। ਸੰਗਤ ਵੱਲੋਂ ਅਰਦਾਸ ਆਪਣੇ ਸੇਵਕਾਂ ਪਿਆਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ਣੀਆਂ, ਪੂਰਾਂ ਦੇ ਰੋਗਤਾ ਦੀ ਬਖਸ਼ਿਸ਼ ਰੱਖਣੀ, ਤਾਂ ਜੋ ਸੰਗਤਾਂ ਨੂੰ ਇਸੇ ਤਰ੍ਹਾਂ ਆਪ ਜੀ ਦੇ ਚਰਨਾਂ ਨਾਲ ਜੋੜਦੇ ਰਹਿਣ। ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਬੀਬੀ ਨਿਰਮਲ ਕੌਰ ਜੀ ਵੱਲੋਂ ਤੰਦਰੁਸਤੀ ਵਾਸਤੇ ਬੇਨਤੀ, ਭਾਈ ਮਨਜੀਤ ਸਿੰਘ ਜੀ ਵੱਲੋਂ ਦੇ ਰੋਗਤਾ, ਜਗਜੋਤ ਸਿੰਘ ਜੀ ਵੱਲੋਂ ਚੜ੍ਹਦੀ ਕਲਾ ਪੇਪਰਾਂ ਦੀ ਸਫਲਤਾ ਵਾਸਤੇ, ਪਰਮਜੀਤ ਸਿੰਘ ਦੇ ਸਾਸੰਗ ਚਾਉਣ ਵਾਸਤੇ, ਗੁਰਜੀਤ ਸਿੰਘ ਵੱਲੋਂ ਜ਼ਮੀਨ ਵਿਕਣ ਵਾਸਤੇ, ਭਾਈ ਗੁਰਮੀਤ ਸਿੰਘ ਜੀ ਵੱਲੋਂ ਬੀਬੀ ਤੇ ਬੱਚੇ ਦਾ ਨਾਮ ਦੀ ਖੁਸ਼ੀ ਦੇਖਦੀ ਸੇਵਾ ਹੋ ਰਹੀ ਹੈ। ਕਿਰਪਾ ਕਰਨੀ, ਅਰਦਾਸ ਬੇਨਤੀ ਜੋੜੀ ਦਰ ਤੇ ਪ੍ਰਵਾਨ ਕਰਨੀ। ਗੁਰਮਤਿ ਅਨੁਸਾਰ ਮਨੋਕਾਮਨਾਵਾਂ
ਸੰਪੂਰਨ ਕਰਨੀਆਂ ਬਖਸ਼ਿਆਂ ਦਾਤਾਂ ਵਿੱਚੋਂ ਪੰਚਮ ਕੁੜਾਵ ਸਾਦੀ ਦੇ ਸਜਕੇ ਹਾਜ਼ਰ ਹੋਈ ਆਪ ਜੀ ਭੋਗ ਲਾਵੋ। ਭੋਗ ਲਗਿਆ ਸੀਤ ਪ੍ਰਸਾਦ ਸੂ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਚਲਦੇ ਬਾਣੀ ਦੇ ਪ੍ਰਵਾਹ ਵਿੱਚੋਂ ਪਿਆਰੇ ਹੁਕਮਨਾਮੇ ਬਖਸ਼ ਕੇ ਸਭ ਸੰਗਤਾਂ ਨੂੰ ਨਿਹਾਲ ਕਰੋ। ਸਹੀ ਗੁਰੂ ਕੇ ਪਿਆਰੇ ਮਿਲੋ, ਜਿਨ੍ਹਾਂ ਨੂੰ ਮਿਲਣ ਤੇ ਆਪ ਹੀ ਦਾ ਹੀ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਈਆ ਕਾਲ ਕੀ ਤਵੈ ਚਲਾਇਓ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ। ਪ੍ਰਗਟ ਕਰਾਂ ਕੀ ਦੇ ਜੋ ਪ੍ਰਭ ਕੋ ਮਿਲਵੋ ਚਾਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ। ਆਕੀ ਰਹੇ ਨਾ ख्वार होए सा मिलेंगे। बचे शरण जो वाहिगुरु नाम जहाज है। चढ़े सो तरे जो सरदा कर से बंदे। गुरु पारे उतारण हार। बोले सो निहाल सत श्री अकाल। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਚੇਤੇ ਮਹੱਲਾ ਪਹਿਲਾ। ਅਵਰ ਪੰਚ ਹਮ ਏਕ ਜਨਾ। ਕਿਉ ਰਾਖੋ ਕਰ ਬਾਰ ਮਨਾ। ਮਾਰੈ ਲੂਟੈ ਨੀਤ ਨੀਤ। ਕਿਸ ਆਗੇ ਕਰੀ ਪੁਕਾਰ ਜਨਾ। ਸ਼੍ਰੀ ਰਾਮ ਨਾਮਾ ਉਚਰ ਮਨਾ। ਆਗੇ ਜਮ ਦਲ ਬਿਖਮ ਕਨਾ ਰਹਾਉ। ਉਸਾਰ ਮੜੋਲੀ ਰਾਖੈ ਦੁਆਰਾ। ਭੀਤਰ ਬੈਠੀ ਸਾਤਨਾ। ਅੰਮ੍ਰਿਤ ਕੇਲ ਕਰੇ ਨਿਤ ਕਾਮਨ। ਅਵਰ ਲੁਟੇ ਨ ਸੋ ਪੰਚ ਜਨਾ। ਢਾਹੇ ਮੜੋਲੀ ਲੁਟਿਆ ਦੇਹੁਰਾ। ਸਾਤਨ ਪਕੜੀ ਏਕ ਜਨਾ। ਜਮ ਡੰਡਾ ਗਲ ਸੰਗਲ ਪੜਿਆ। ਭਾਗ ਗਏ ਸੇ ਪੰਚ ਜਨਾ। ਕਾਮਨ ਲੋੜੈ ਸੋਇਨਾ ਰੂਪਾ। ਮਿੱਤਰ ਲੋੜੀਨ ਸੋ ਖਾਦਾਤਾ। ਨਾਨਕ ਪਾਪ ਕਰੇ ਤਿਨ ਕਾਰਨ।